कह रहा ये कंडे कांग्रेस ते अकालियां दे खिलारे ने भी तू 3 सालों का की करी जाना ते तू कंडे नहीं चुग होए, चौथा साल चढ़ पिया। तेनू कंडे चुगण नूं बनाया सी, होर तेनू आह इन्हां उत्ते मिहणो तानी दे। ये तो वो काम करदा जिवें वो ब्याह विच बुढ़ियां इकट्ठियां होंदियां, एक दूजे नूं एक पासे नानका मेल खड़ा, एक पासे दादका मेल, वो कुत्तखाना सिੱਠਣੀਆਂ वाला वो तो यह काम करदा। ये तो चाहिदा सी मुख मंत्री बनने की बजाय ना भंगड़ा ग्रुप बना लैंदा, वधिया चलना सी। लोगों तो घट्टो घट्ट गालां तां ना खांदा। किसान जथेबंदियां ने जो आपां दिल्ली अंदोलन लड़िया, उत्थे केंद्र सरकार की कमिटमेंट सी कि ਅਸੀਂ ਬਿਜਲੀ ਸੋਧ ਐਕਟ ਨਹੀਂ ਲੈ ਕੇ ਆਵਾਂਗੇ। ਉਸੇ ਟਾਈਮ ਦਾ ਹੀ ਹੈ, ਉਦੋਂ ਦਾ ਹੀ ਤੁਰਿਆ ਫਿਰਦਾ, ਹੁਣ ਆ ਗਿਆ। ਅਸੀਂ ਇਹਨੂੰ ਇੰਪਲੀਮੈਂਟ ਨਹੀਂ ਕਰਾਂਗੇ, ਸਰਕਾਰ ਦੀ ਲਿਖਤੀ ਕਮਿਟਮੈਂਟ ਹੈ। ਪਰ ਇਹਦੇ 'ਚ ਫਿਰ ਕਿਸਾਨਾਂ ਦੀ ਵੀ ਕਿਤੇ ਨਾ ਕਿਤੇ ਕਮੀ ਨਹੀਂ ਲੱਗਦੀ? ਤੁਸੀਂ ਇਸ ਤੇ ਕੀ ਕਹਿੰਦੇ ਹੋ ਵੀ ਉਸਲੇ ਰੱਦ ਕਰਾ ਕੇ ਇਹਨੂੰ ਵੀ ਨਾਲ ਤੁਰਦੇ, ਤੁਸੀਂ ਉਸਲੇ ਕਿਉਂ ਕਾਲੀ ਪਾ ਲਈ? ਜਿਹੜੀ ਕਾਲੀ ਦੀ ਗੱਲ ਕਰਦੇ ਵੇਖੋ, ਸੰਘਰਸ਼ ਬਹੁਤ ਵਧੀਆ ਚੱਲਿਆ ਸੀ। ਉਸ ਸਾਡੇ ਭਰਾਵਾਂ ਨੂੰ ਜਿਹੜੀ ਆ ਉਹ ਮੁੱਖ ਮੰਤਰੀ ਬਣਨ ਦੀ ਕਾਲੀ ਸੀ। ਅਸੀਂ ਨਹੀਂ ਚਾਹੁੰਦੇ, ਅਸੀਂ ਆਨੇ ਹਾਂ ਵੀ ਇਹਨੂੰ ਰੋਕ ਕੇ ਆਉਣਾ ਚਾਹੀਦਾ ਸੀ। ਤੇ ਆ ਤੁਹਾਡੇ ਸਾਹਮਣੇ ਜਿਹੜੀਆਂ ਚੋਣਾਂ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਜੋ ਕੁਝ ਹੋਇਆ, ਲੋਕਾਂ ਦੇ ਕਾਗਜ਼ ਪਾੜੇ ਗਏ, ਲੋਕਾਂ ਦੀਆਂ ਪੱਗਾਂ ਲਾਹੀਆਂ ਗਈਆਂ। ਪੱਗਾਂ ਦੀ ਕੋਈ ਕੀਮਤ ਨਹੀਂ, ਪਰ ਸਰਕਾਰਾਂ ਤਾਂ ਕਹਿੰਦੇ ਭਾਈ ਪੱਗਾਂ 'ਚ ਕਿਹੜਾ ਕਿੱਲ ਲੱਗੇ ਹੁੰਦੇ ਨੇ, ਲੈ ਜਾਂਦੀਆਂ ਨੇ, ਸ਼ਰੇਆਮ ਕਹਿੰਦੇ ਨੇ। ਬਿਲਕੁਲ ਆਂਦੇ ਉਹਨਾਂ ਦੀ ਸੋਚਣੀ ਇਦਾਂ ਦੀ, ਜਿੱਦਾਂ ਦੇ ਸਿਸਟਮ ਚੱਲ ਗਏ ਨਾ ਭ੍ਰਿਸ਼ਟ ਦੇ, ਉਹਨਾਂ ਦੀ ਉਦਾਂ ਹੀ ਸੋਚਣੀ। ਸਾਡੇ ਤੇ ਗੁਰੂਆਂ ਨੇ ਕੁਰਬਾਨੀਆਂ ਦੇ ਕੇ ਸਾਨੂੰ ਪੱਗਾਂ ਦਿੱਤੀਆਂ। ਤੁਹਾਨੂੰ ਵਿਧਾਨ ਸਭਾ 'ਚ ਭੇਜਿਆ, ਤੁਸੀਂ ਵਿਧਾਨ ਸਭਾ ਛੱਡ ਕੇ ਬਾਹਰ ਆ ਰਹੇ ਹੋ। ਕੰਮ ਤੇ ਉੱਥੇ ਬਹਿ ਕੇ ਕਰਨ ਵਾਲੇ ਆ, ਮਤਾ ਤਾਂ ਉੱਥੇ ਪਾਸ ਹੋਣਾ। ਸ਼ਰਧਾਂਜਲੀ ਕੀ ਸ਼ਰਧਾਂਜਲੀ? ਪੰਜਾਬ ਸਰਕਾਰ ਨੇ ਐਫਰਟ ਕੀਤਾ, ਇੰਨਾ ਸਾਡਾ ਇਤਿਹਾਸ ਗੁਰੂ ਸਾਹਿਬਾਂ ਦਾ ਬਦਲ ਦਿੱਤਾ। ਉਦਣੇ ਹੀ ਕਹਿ ਦਿੰਦੇ ਵੀ ਜਿਹੜੀਆਂ ਕਿਤਾਬਾਂ ਗਲਤ ਛਪੀਆਂ ਅੱਜ ਤੋਂ ਬਾਅਦ ਬੈਨ। ਤੁਸੀਂ ਵੋਟਾਂ ਦੀ ਗੱਲ ਕੀਤੀ, ਉਹ ਲੈ ਜ਼ਰੂਰ ਗਏ ਨੇ ਵੋਟਾਂ, ਪਰ ਉਹਨੇ ਕੰਮ ਨਹੀਂ ਕੀਤਾ। ਪਰ ਲੋਕਾਂ ਨੇ ਜੁੱਤੀ ਫੇਰਤੀ ਆ। 99% ਜੁੱਤੀ ਫਿਰ ਗਈ ਆ, 1% ਰਹਿ ਗਈ ਆ, ਉਹ 27 ਦੀਆਂ ਵੋਟਾਂ 'ਚ ਫਿਰੂਗੀ। ਇਹੀ ਭਗਵੰਤ ਮਾਨ ਜਿਹੜਾ ਕਹਿੰਦਾ ਸੀ ਨਾ ਕੁੱਕੜ ਪਾਲ ਲਓ, ਇਹਨੂੰ ਦੱਸਾਂਗੇ ਕੁੱਕੜ ਕਿੱਦਾਂ ਪਾਲੀ ਦੇ, ਮੁਰਗੀਆਂ ਕਿਵੇਂ ਪਾਲੀ ਦੀਆਂ। ਜੇ ਬਾਹਰਲੇ ਦੇਸ਼ਾਂ ਨੇ ਮਾਡਲ ਨੂੰ ਅਪਣਾਇਆ, ਉਹਨਾਂ ਨੇ ਰੁਜ਼ਗਾਰ ਦੀ ਗਰੰਟੀ ਦਿੱਤੀ ਹੈ। ਜੇ ਰੁਜ਼ਗਾਰ ਨਹੀਂ ਹੈਗਾ, ਸਰਕਾਰ ਇੰਨੇ ਕੁ ਪੈਸੇ ਕੋਲੋਂ ਪੇ ਕਰਦੀ ਹੈ, ਬੇਰੁਜ਼ਗਾਰੀ ਭੱਤਾ ਇੰਨਾ ਕੁ ਮਿਲਦਾ ਕਿ ਉਹ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ, ਪਰਿਵਾਰ ਦਾ ਰਹਿਣ ਸਹਿਣ ਜਿੰਨਾ ਕਿ ਸਾਡੇ ਗੈਜਟਡ ਅਫਸਰ ਦਾ ਹੁੰਦਾ, ਇਦਾਂ ਦਾ ਉੱਥੇ ਬੇਰੁਜ਼ਗਾਰਾਂ ਦਾ ਵੀ ਹੈਗਾ। ਇਹ ਮਾਡਲ ਉੱਥੇ ਤਾਂ ਅਡੋਪਟ ਕੀਤੇ ਜਾ ਸਕਦੇ ਆ। ਕਿਸਾਨ ਮਜ਼ਦੂਰ ਮੋਰਚੇ ਦੀ ਇਹ ਮੁੱਖ ਮੰਗਾਂ 'ਚ ਸ਼ਾਮਲ ਸੀ ਕਿ ਮਜ਼ਦੂਰ ਦੀ ਦਿਹਾੜੀ ਪ੍ਰਤੀ ਦਿਨ 700 ਕੀਤੀ ਜਾਵੇ ਤੇ 200 ਦਿਨ ਨੂੰ ਰੁਜ਼ਗਾਰ। ਤੇ ਜਿਹੜੀ ਅਸੀਂ ਫਸਲਾਂ ਦੀ MSP ਮੰਗਦੇ ਆ, ਜਦੋਂ ਕਿਸਾਨ ਨੂੰ ਫਸਲਾਂ ਦਾ ਸਮਰਥਨ ਮੁੱਲ ਪੂਰਾ ਮਿਲ ਜਾਏਗਾ ਤੇ ਉਹਦਾ ਲੇਬਰ ਰੇਟ ਆਟੋਮੈਟਿਕਲੀ ਡਬਲ ਹੋ ਜਾਏਗਾ। ਪਿੰਡਾਂ ਦੇ ਵਿੱਚ ਜਿਹੜੀ ਲੇਬਰ ਮਜ਼ਦੂਰੀ ਕਰਦੀ ਹੈ, ਉਹਦੀ ਦਿਹਾੜੀ ਵੀ ਡਬਲ ਹੋ ਜਾਣੀ ਹੈ ਤੇ ਜਿਹੜੀ ਉਹ ਫਸਲ ਦੀ ਕਟਾਈ, ਬਿਜਾਈ, ਲੁਆਈ, ਉਹਦੀ ਲੇਬਰ ਦਾ ਉਨਾ ਫਾਇਦਾ ਹੋਏਗਾ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ ਤੇ ਪੰਜਾਬੀ TV USA ਇਸ ਸਮੇਂ ਤੁਸੀਂ ਵੇਖ ਸੁਣ ਰਹੇ ਹੋ। ਇਸ ਸਮੇਂ ਅਸੀਂ ਕਿਸਾਨਾਂ ਦੇ ਇੱਕ ਧਰਨੇ ਤੇ ਮੌਜੂਦ ਹਾਂ। ਵੈਸੇ ਪੰਜਾਬ ਭਰ ਦੇ ਵਿੱਚ ਵੱਖ-ਵੱਖ ਥਾਵਾਂ ਤੇ DC ਦਫ਼ਤਰਾਂ ਦੇ ਬਾਹਰ ਧਰਨੇ ਲਾਉਣ ਦੀ ਕਾਲ ਦਿੱਤੀ ਗਈ ਸੀ KMM ਦੇ ਵੱਲੋਂ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵੱਲੋਂ, ਅਤੇ ਭਾਰਤੀ ਕਿਸਾਨ ਯੂਨੀਅਨ ਦੁਆਬਾ ਉਹਨਾਂ ਦੇ ਨਾਲ ਨੇ, ਹੋਰ ਜਥੇਬੰਦੀਆਂ ਉਹਨਾਂ ਦੇ ਨਾਲ ਨੇ। ਮੰਗਾਂ ਬਹੁਤ ਸਾਰੀਆਂ ਨੇ। ਮੇਰੇ ਹੱਥ ਦੇ ਵਿੱਚ ਇਹਨਾਂ ਦਾ ਨੋਟਿਸ ਹੈ, ਜਿਹੜਾ ਪ੍ਰੈਸ ਨੋਟ ਹੈ। 11 ਮੰਗਾਂ ਨੇ, ਪਰ ਇਹਨਾਂ ਮੰਗਾਂ ਦੇ ਹਿਸਾਬ ਦੇ ਨਾਲ ਜਦੋਂ ਲੋਕਾਂ ਦੀ ਗਿਣਤੀ ਦੇਖਦੇ ਆ ਤਾਂ ਬਹੁਤ ਘੱਟ ਹੈ। ਕਿ 2020 ਵਾਲੇ ਮੋਰਚੇ ਨੂੰ ਜਿੱਤਣ ਤੋਂ ਬਾਅਦ ਲੋਕ ਘੇਸਲੇ ਪੈ ਗਏ ਨੇ। ਲੋਕਾਂ ਨੂੰ ਲੱਗਦਾ ਕਿ ਸਾਰੇ ਮਾਮਲੇ ਜਿਹੜੇ ਨੇ ਉਹ ਕਿਸਾਨ ਆਪ ਹੀ ਹੱਲ ਕਰਾ ਲੈਣਗੇ, ਉਹਨਾਂ ਦੇ ਕੋਲ ਹੀ ਇਸ ਦੀ ਤਾਕਤ ਹੈ। ਜਾਣਨ ਦੀ ਕੋਸ਼ਿਸ਼ ਕਰਦੇ ਆ, ਸਾਰੇ ਕਿਸਾਨ ਆਗੂ ਸਾਡੇ ਨਾਲ ਨੇ, ਇਹਨਾਂ ਦੇ ਕੋਲ ਚੱਲਦੇ ਆ। ਸਾਨੀ ਸਾਹਿਬ, ਸਭ ਤੋਂ ਪਹਿਲਾਂ ਤੁਹਾਡੇ ਤੋਂ ਆਉਣਾ। ਇਹ ਬਹੁਤ ਸਾਰੀਆਂ ਮੰਗਾਂ ਨੇ, ਆਪਾਂ ਇੱਕ ਇੱਕ ਮੰਗ ਤੇ ਵੀ ਸਾਰਾ ਦਿਨ ਗੱਲ ਕਰ ਸਕਦੇ ਆ, ਪਰ ਮੈਂ ਸਿੱਧੇ ਤੌਰ ਤੇ ਇਸ ਗੱਲ ਤੇ ਆਉਣਾ ਵੀ ਜਦੋਂ ਅਸੀਂ ਦੇਖਦੇ ਹਾਂ ਇਕੱਠ ਨੂੰ, ਤੁਹਾਡੀਆਂ ਮੰਗਾਂ ਦੇ ਹਿਸਾਬ ਦੇ ਨਾਲ ਜਿੰਨੀਆਂ ਜੈਨੂਅਨ ਮੰਗਾਂ ਨੇ, ਜਿਹੜੀਆਂ ਮੰਗਾਂ ਤੁਸੀਂ ਕੇਂਦਰ ਅੱਗੇ, ਪੰਜਾਬ ਸਰਕਾਰ ਅੱਗੇ ਰੱਖ ਰਹੇ ਹੋ, ਉਹਨਾਂ ਦੇ ਹਿਸਾਬ ਨਾਲ ਸਮਰਥਨ ਕਿਉਂ ਨਹੀਂ ਮਿਲਦਾ? ਲੋਕ ਨਿਕਲਣੋਂ ਕਿਉਂ ਹਟ ਗਏ ਨੇ ਘਰੇ? ਕੀ ਗੱਲ ਹੈ? ਕੀ ਲੀਡਰਸ਼ਿਪ ਵਿਕ ਚੁੱਕੀ ਹੈ ਜਾਂ ਗੱਲ ਕੋਈ ਹੋਰ ਹੈ? ਦੇਖੋ, ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਹੈ। ਕਿਸਾਨ ਮਜ਼ਦੂਰ ਮੋਰਚੇ ਵੱਲੋਂ ਅੱਜ ਸਾਰੇ ਪੰਜਾਬ ਦੇ ਵਿੱਚ ਬਿਜਲੀ ਬੋਰਡ ਦੇ ਨਿੱਜੀਕਰਨ ਦੇ ਖਿਲਾਫ ਜਿਹੜਾ ਬਿਜਲੀ ਸੋਧ ਐਕਟ ਸਰਕਾਰ ਲਿਆ ਰਹੀ ਹੈ, ਉਹਦੇ ਖਿਲਾਫ ਜ਼ਿਲ੍ਹਾ ਹੈੱਡਕੁਆਟਰਾਂ ਤੇ DC ਦਫ਼ਤਰਾਂ ਅੱਗੇ ਧਰਨੇ ਲਗਾਏ ਜਾ ਰਹੇ ਆ। 2 ਦਿਨਾਂ ਜਿਹੜੇ ਪ੍ਰੋਟੈਸਟ ਹੋਣਗੇ, ਉਸ ਤੋਂ ਬਾਅਦ ਰੇਲ ਲੋਕੋ ਪ੍ਰੋਗਰਾਮ ਹੈ। ਜਿਹੜੀ ਤੁਸੀਂ ਗੱਲ ਕੀਤੀ ਹੈ, ਕਿਸਾਨੀ ਬਹੁਤ ਸਾਲਾਂ ਤੋਂ ਜਿਹੜੀਆਂ ਕਿਸਾਨ ਜਥੇਬੰਦੀਆਂ, ਉਹ ਸਰਕਾਰ ਦੀਆਂ ਜਿਹੜੀਆਂ ਲੋਕ ਵਿਰੋਧੀ ਨੀਤੀਆਂ ਉਹਦੇ ਖਿਲਾਫ ਹਿੱਕ ਡਾ ਕੇ ਲੜਾਈ ਲੜ ਰਹੀਆਂ, 'ਚ ਕੋਈ ਸ਼ੱਕ ਨਹੀਂ ਗੱਲ। ਜਿਹੜੀ ਘੱਟ ਗਿਣਤੀ ਦੀ ਗੱਲ ਹੈ, ਕਿਸਾਨੀ ਦੇ ਵਿੱਚ ਕੰਮ ਦਾ ਸੀਜ਼ਨ ਹੈ, ਕਣਕ ਨੂੰ ਪਾਣੀ ਲਗਾਉਣਾ, ਗੰਨੇ ਦਾ ਸੀਜ਼ਨ, ਜੇ ਦੁਆਬੇ ਦੇ ਵਿੱਚ ਗੰਨੇ ਦਾ ਸੀਜ਼ਨ, ਆਲੂਆਂ ਦੀ ਫਸਲ ਦਾ ਚੱਲਦਾ, ਕਣਕਾਂ ਨੂੰ ਸਪਰੇਅ ਵਗੈਰਾ, ਜਾਨੀ ਕਿਸਾਨੀ ਕੰਮ 'ਚ ਰੁੱਝੀ ਹੋਈ ਹੈ। ਤੇ ਸਾਡੀ ਜਥੇਬੰਦੀਆਂ ਦਾ ਵੀ ਮਤਲਬ ਨੀਤੀ ਹੁੰਦੀ ਹੈ ਵੀ ਜਦੋਂ ਕਿਸਾਨੀ ਕੰਮ 'ਚ ਆ, ਉਹਨੂੰ ਸੰਕੇਤਕ ਤੌਰ ਦੇ ਉੱਤੇ ਧਰਨਿਆਂ 'ਚ ਲਿਆਉਣਾ। ਐਸੀ ਗੱਲ ਨਹੀਂ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕੱਲੀ 2000 ਬੰਦਾ ਲਿਆ ਸਕਦੀ ਹੈ, BKU ਦੁਆਬਾ 1000-1500 ਬੰਦਾ ਲਿਆ ਸਕਦੀ ਹੈ। ਲੇਕਿਨ ਦਿੱਕਤ ਇਹ ਹੈ, ਜੇ ਕਿਸਾਨੀ ਦਾ ਰੋਜ਼ ਕੰਮ ਛਡਾਵਾਂਗੇ, ਕਿਸਾਨ ਨੂੰ ਹੋਰ ਕੋਈ ਆਮਦਨ ਨਹੀਂ, ਉਹਨੂੰ ਆਪਣਾ ਡੇਲੀ ਖੇਤ ਪਤਾ ਕਿੱਤਾ ਕਰਕੇ, ਆਪਣਾ ਡੰਗਰ ਪਸ਼ੂ ਸਾਂਭ ਕੇ ਉਹਦੇ 'ਚੋਂ ਰੋਟੀ ਕਮਾ ਕੇ ਖਾਣੀ ਹੈ। ਜਿਹੜੀ ਇਹ ਐਕਟ ਦੀ ਗੱਲ ਹੈ, ਮੇਰੀ ਅਪੀਲ ਹੈ
ਪੰਜਾਬ ਰਾਜ ਬਿਜਲੀ ਬੋਰਡ ਦਾ ਨਿੱਜੀਕਰਨ ਹੋ ਰਿਹਾ। ਲੱਖਾਂ ਮੁਲਾਜ਼ਮ ਨੇ ਪੰਜਾਬ ਰਾਜ ਬਿਜਲੀ ਬੋਰਡ ਦੇ, ਜਿਹੜੇ ਇਸ ਕਿੱਤੇ ਦੇ ਵਿੱਚ ਨੌਕਰੀ ਕਰਕੇ ਜਿਨ੍ਹਾਂ ਨੇ ਆਪਣੇ ਪਰਿਵਾਰ ਪਾਲੇ ਆ, ਅੱਛੀ ਖਾਸੀ ਤਨਖਾਹ ਲੈ ਕੇ ਆਪਣੇ ਬੱਚੇ ਸੈੱਟ ਕਰਕੇ ਅੱਜ ਪੈਨਸ਼ਨ ਦੇ ਰੂਪ ਦੇ ਵਿੱਚ ਵੀ ਸਰਕਾਰ ਤੋਂ ਕੁਝ ਲੈ ਰਹੇ ਆ। ਤੇ ਉਹਨਾਂ ਦੇ ਬਹੁਤ ਮੁਲਾਜ਼ਮ ਨੇ ਜਿਹੜੇ ਅੱਜ ਵਰਕਿੰਗ ਤੇ ਆ। ਸਭ ਤੋਂ ਪਹਿਲਾਂ ਉਹਨਾਂ ਨੇ ਪ੍ਰਭਾਵਿਤ ਹੋਣਾ। ਸਾਡੀ ਅਪੀਲ ਹੈ ਕਿਸਾਨ ਜਥੇਬੰਦੀਆਂ ਦੀ, ਬਿਜਲੀ ਬੋਰਡ ਦੇ ਸਮੂਹ ਮੁਲਾਜ਼ਮਾਂ ਨੂੰ, ਚਾਹੇ ਉਹ ਟੈਕਨੀਕਲ ਹੈ ਚਾਹੇ ਦਫ਼ਤਰੀ ਮੁਲਾਜ਼ਮ ਹੈ, ਉਹ ਸਮੇਂ ਰਹਿੰਦੇ ਮੈਦਾਨ ਦੇ ਵਿੱਚ ਨਿੱਤਰ ਕੇ ਜੇ ਸਾਹਮਣੇ ਨਾ ਆਏ ਤੇ ਜਿਹੜਾ ਇਹ ਅਦਾਰਾ ਇਹਦਾ ਭੋਗ ਪੈਣ ਜਾ ਰਿਹਾ, ਇਹ ਨਿੱਜੀਕਰਨ ਹੋਏਗਾ। ਨਾ ਉਹਨਾਂ ਦੀਆਂ ਨੌਕਰੀਆਂ ਰਹਿਣਗੀਆਂ, ਨਾ ਉਹਨਾਂ ਨੂੰ ਪੈਨਸ਼ਨਾਂ ਰਹਿਣਗੀਆਂ। ਤੇ ਉਹਨਾਂ ਦਾ ਜਿਹੜਾ ਪਹਿਲਾ ਫਰਜ਼ ਬਣਦਾ, ਮੇਰੀ ਅਪੀਲ ਹੈ, ਜਿੰਨੇ ਬਿਜਲੀ ਬੋਰਡ ਦੇ ਮੁਲਾਜ਼ਮ ਹੈ, ਪੰਜਾਬ ਦੇ ਰਿਟਾਇਰ ਮੁਲਾਜ਼ਮ ਵੀ ਹੈ, ਤੇ ਤੁਸੀਂ ਯੂਨੀਵਰਸਿਟੀ ਦੇ ਧਰਨੇ 'ਚ ਵੀ ਦੇਖਿਆ, ਜਦੋਂ ਪੀਯੂ ਦਾ ਕੇਂਦਰੀਕਰਨ ਹੋਣ ਦੀ ਲੈਟਰ ਆਈ ਹੈ, ਉੱਥੇ ਵੀ ਇਹ ਦੇਖਿਆ ਗਿਆ ਜਿਹੜੇ ਯੂਨੀਵਰਸਿਟੀ ਦੇ ਨੌਕਰੀ ਕਰਕੇ ਸੋ ਕਾਲਡ ਇੰਟੈਲੈਕਚੁਅਲ ਕਹਿ ਲਈਏ। ਦੇਖੋ, ਜਿਹੜਾ ਯੂਨੀਵਰਸਿਟੀ ਪੜ੍ਹ ਕੇ ਪ੍ਰੋਫੈਸਰ ਲੱਗ ਗਿਆ, ਡਾਕਟਰ ਲੱਗ ਗਿਆ, ਇੰਜੀਨੀਅਰ ਲੱਗ ਗਿਆ, ਉਹਦੇ ਨੂੰ ਪੜ੍ਹਿਆ ਲਿਖਿਆ ਵਰਗ ਕੋਈ ਨਹੀਂ ਹੋ ਸਕਦਾ। ਲੇਕਿਨ ਆਪਣੇ ਫਰਜ਼ਾਂ ਤੋਂ ਜੇ ਅੱਜ ਭੱਜਿਆ, ਉਹ ਬੁੱਧੀਜੀਵੀ ਵਰਗ ਤੋਂ ਸਭ ਤੋਂ ਵੱਡਾ ਗਿਲਾ ਆ। ਲੱਖਾਂ ਜਿਹੜੇ ਪੀਯੂ ਦੇ ਵਿਦਿਆਰਥੀ ਆ, ਉਹ ਉੱਚੇ ਅਹੁਦਿਆਂ ਤੋਂ ਰਿਟਾਇਰ ਹੋ ਕੇ ਪੈਨਸ਼ਨਾਂ ਦੇ ਰੂਪ ਦੇ ਵਿੱਚ ਵੀ, ਤੇ ਲੇਕਿਨ ਸਾਡਾ ਇਹ ਦਰਦ ਰਿਹਾ। ਮੈਂ ਚੰਡੀਗੜ੍ਹ ਵੀ ਗੱਲ ਕੀਤੀ ਸੀ ਵੀ ਘੱਟੋ ਘੱਟ ਤਾਂ ਯਾਰ 20,000 ਬੰਦਾ ਤਾਂ ਚੰਡੀਗੜ੍ਹ ਵਿੱਚ ਹੀ ਰਹਿائش ਰੱਖਦਾ। ਜੇ ਉਹ ਆਪਣਾ ਫਰਜ਼ ਨਹੀਂ ਸਾਂਭਣਗੇ ਤੇ ਜਿਹੜੀ ਪਿੰਡਾਂ ਦੀ ਅਨਪੜ੍ਹ ਕਿਸਾਨੀ ਹੈ, ਉਹ ਸਾਰੇ ਸਮਾਜ ਦੀ ਲੜਾਈ ਕਿੰਨਾ ਚਿਰ ਲੜਨੀ। ਇਹਦੇ ਨਾਲੋਂ ਉਸ ਬੁੱਧੀਜੀਵੀ ਵਰਗ ਨਾਲੋਂ ਤਾਂ ਅਨਪੜ੍ਹ ਕਿਸਾਨੀ 100 ਗੁਣਾ ਫਿਰ ਚੰਗੀ ਹੈ। ਮੈਂ ਤੁਹਾਡੀ ਜਾਣਕਾਰੀ ਦੇ ਲਈ ਦੱਸ ਰਿਹਾ, ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਬਿਜਲੀ ਸੋਧ ਕਾਨੂੰਨ ਦੇ ਖਿਲਾਫ ਸਭ ਤੋਂ ਪਹਿਲਾਂ ਜਿਹੜੇ ਮੁਲਾਜ਼ਮ ਨੌਕਰੀਆਂ ਕਰ ਚੁੱਕੇ ਨੇ ਉਹ ਬੋਲਣ। ਜਿਹੜੇ ਨੌਕਰੀ ਕਰ ਰਹੇ ਨੇ ਇੰਜੀਨੀਅਰ, ਜਿਹੜੇ ਇਹਨਾਂ ਦੀ ਜਥੇਬੰਦੀ ਹੈ ਇੰਜੀਨੀਅਰਾਂ ਦੀ, ਉਹਨੇ ਇਸ ਦਾ ਵਿਰੋਧ ਕੀਤਾ ਹੈ। ਉਹ ਕਹਿ ਰਹੇ ਨੇ ਵੀ ਭਾਈ ਇਹਦੇ ਨਾਲ ਨੌਕਰੀ ਜਿਹੜੇ ਕਰ ਰਹੇ ਨੇ ਬਸ ਉਹੀ ਨੇ, ਇਹਨਾਂ ਤੋਂ ਪਿੱਛੇ ਤਾਂ ਫਿਰ ਪ੍ਰਾਈਵੇਟਾਈਜੇਸ਼ਨ ਹੋ ਜੂਗੀ। ਨਾਲ ਦੀ ਨਾਲ ਉਹ ਕਹਿ ਰਹੇ ਨੇ ਵੀ ਡਿਸਟ੍ਰੀਬਿਊਸ਼ਨ ਦੇ ਵਿੱਚ ਤੁਸੀਂ ਬੰਦੇ ਪ੍ਰਾਈਵੇਟ ਲਿਆਓਗੇ, ਠੀਕ ਹੈ, ਪਰ ਉਹ ਕਿੱਦਾਂ ਬਿਜਲੀ ਦੇਣਗੇ? ਢਾਂਚਾ ਤਾਂ ਸਾਡਾ ਵਰਤਣਗੇ। ਜਦੋਂ ਢਾਂਚਾ ਸਾਡਾ ਵਰਤਣਗੇ, ਉਹਨਾਂ ਦੇ ਵਿੱਚ ਐਕਟ ਕਹਿੰਦਾ ਵੀ ਭਾਈ ਉਹ ਕਿਸੇ ਵੀ ਪ੍ਰਾਈਵੇਟ ਪਲੇਅਰ ਨੂੰ ਜਿਹੜਾ ਜ਼ਿਆਦਾ ਮੁਨਾਫਾ ਦਿੰਦਾ ਹੈ ਬਿਜਲੀ ਮਹਿਕਮੇ ਨੂੰ, ਉਹਨੂੰ ਸਿੱਧੀ ਅਪਰੋਚ ਕਰਕੇ ਉਹਦੇ ਨਾਲ ਸਿੱਧਾ ਸੰਪਰਕ ਬਣਾ ਸਕਦੇ ਨੇ ਵੀ ਅਸੀਂ ਤੁਹਾਨੂੰ 1 ਰੁਪਈਆ 2 ਰੁਪਈਏ ਬਿਜਲੀ ਸਸਤੀ ਦੇ ਦਿੰਦੇ ਆ। ਕਹਿਣ ਦਾ ਭਾਵ ਉਹ ਕਹਿੰਦੇ ਨੇ ਵੀ ਜੇ ਫਿਰ ਸਾਰੇ ਵੱਡੇ ਪਲੇਅਰ ਹੋਣਗੇ, ਉਹਨਾਂ ਨੂੰ ਪ੍ਰਾਈਵੇਟ ਬੰਦਾ ਲੈ ਜੂ, ਤੇ ਪੰਜਾਬ ਬਿਜਲੀ ਬੋਰਡ ਦੇ ਕੋਲ ਤਾਂ ਸਾਰੇ ਉਹੋ ਹੀ ਰਹਿ ਜਾਣੇ ਜਿਹੜੇ ਵਿਚਾਰੇ ਸਬਸਿਡੀ ਤੇ ਲੈਂਦੇ ਨੇ। ਫਿਰ ਉਹਦੇ ਨਾਲ ਹੋਰ ਵੀ ਖਲਾਰਾ ਪਊ। ਇਹ ਗੱਲ ਕਰਦੇ ਨੇ ਬਿਜਲੀ ਬੋਰਡ ਦੀਆਂ ਜਥੇਬੰਦੀਆਂ ਅੰਦੋਲਨ ਲੜ ਰਹੀਆਂ, ਚ ਕੋਈ ਸ਼ੱਕ ਨਹੀਂ। ਜਿਹੜੀਆਂ ਮੁਲਾਜ਼ਮ ਬਿਜਲੀ ਬੋਰਡ ਦੀਆਂ ਮੁਲਾਜ਼ਮ ਜਥੇਬੰਦੀਆਂ ਉਹ ਮੋਰੇ ਹੋ ਕੇ ਲੀਡ ਕਰ ਰਹੀਆਂ, ਲੇਕਿਨ ਮੁਲਾਜ਼ਮ ਜਿਹੜਾ ਸਰਵਿਸ ਕਰ ਰਿਹਾ ਤੇ ਅੱਜ ਸਰਵਿਸ ਕਰ ਰਿਹਾ, ਜਿੰਨਾ ਚਿਰ ਉਹਦੇ ਚ ਵੱਡੇ ਪੱਧਰ ਤੇ ਸ਼ਮੂਲੀਅਤ ਨਹੀਂ ਕਰੇਗਾ, ਉਹਨਾਂ ਚਿਰ ਜਥੇਬੰਦੀ ਵੀ ਕੀ ਕਰੇਗੀ? ਮੁਲਾਜ਼ਮਾਂ ਨੂੰ ਵੱਡੇ ਪੱਧਰ ਤੇ ਇਸ ਅੰਦੋਲਨ ਚ ਕੁੱਦਣ ਦੀ ਲੋੜ ਹੈ। ਸਰਕਾਰ ਨਾਲ ਲੀਹ ਖਿੱਚ ਕੇ ਲੜਾਈ ਲੜਨੀ ਪੈਂਦੀ ਹੈ। ਕਿਸਾਨ ਜਥੇਬੰਦੀਆਂ ਨੇ ਜਦੋਂ ਆਪਾਂ ਦਿੱਲੀ ਅੰਦੋਲਨ ਲੜਿਆ, ਉੱਥੇ ਕੇਂਦਰ ਸਰਕਾਰ ਦੀ ਕਮਿਟਮੈਂਟ ਸੀ ਕਿ ਅਸੀਂ ਬਿਜਲੀ ਸੋਧ ਐਕਟ ਨਹੀਂ ਲੈ ਕੇ ਆਵਾਂਗੇ। ਉਸੇ ਟਾਈਮ ਦਾ ਹੀ ਹੈ, ਉਦੋਂ ਦਾ ਹੀ ਤੁਰਿਆ ਫਿਰਦਾ, ਹੁਣ ਆ ਗਿਆ। ਅਸੀਂ ਇਹਨੂੰ ਇੰਪਲੀਮੈਂਟ ਨਹੀਂ ਕਰਾਂਗੇ, ਸਰਕਾਰ ਦੀ ਲਿਖਤੀ ਕਮਿਟਮੈਂਟ ਹੈ। ਪਰ ਫਿਰ ਇਹਦੇ 'ਚ ਫਿਰ ਕਿਸਾਨਾਂ ਦੀ ਵੀ ਕਿਤੇ ਨਾ ਕਿਤੇ ਕਮੀ ਨਹੀਂ ਲੱਗਦੀ? ਤੁਸੀਂ ਇਸ ਤੇ ਕੀ ਕਹਿੰਦੇ ਹੋ ਵੀ ਉਸਲੇ ਰੱਦ ਕਰਾ ਕੇ ਇਹਨੂੰ ਵੀ ਨਾਲ ਤੁਰਦੇ? ਤੁਸੀਂ ਉਸਲੇ ਕਿਉਂ ਕਾਹਲੀ ਪਾ ਲਈ ਆਉਣ ਦੀ? ਸਭ ਤੋਂ ਪਹਿਲਾਂ ਮੈਂ ਸਲਵਿੰਦਰ ਸਿੰਘ, ਸੂਬਾ ਆਗੂ ਕਿਸਾਨ ਮਜ਼ਦੂਰ ਕਮੇਟੀ ਜਾਣੀ। ਜਿਹੜੀ ਕਾਹਲੀ ਦੀ ਗੱਲ ਕਰਦੇ, ਵੇਖੋ ਸੰਘਰਸ਼ ਬਹੁਤ ਵਧੀਆ ਚੱਲਿਆ ਸੀ, ਪਰ ਚਲੋ ਸਾਰੀਆਂ ਨਹੀਂ ਜਥੇਬੰਦੀਆਂ, ਕੁਛ ਸਾਡੇ ਭਰਾਵਾਂ ਨੂੰ ਜਿਹੜੀ ਆ ਉਹ ਮੁੱਖ ਮੰਤਰੀ ਬਣਨ ਦੀ ਕਾਹਲੀ ਸੀ। ਅੱਛਾ, ਅਸੀਂ ਨਹੀਂ ਚਾਹੁੰਦੇ, ਅਸੀਂ ਆਨੇ ਹਾਂ ਵੀ ਇਹਨੂੰ ਰੋਕ ਕੇ ਆਉਣਾ ਚਾਹੀਦਾ ਸੀ। ਉੱਥੇ ਜੇ ਰੁਕ ਜਾਂਦੀ 2 ਮਹੀਨੇ ਚੱਲਦਾ, 4 ਮਹੀਨੇ ਚੱਲਦਾ, ਸੰਘਰਸ਼ ਲੰਮਾ ਵੀ ਚੱਲ ਜਾਂਦਾ, ਕੋਈ ਗੱਲ ਨਹੀਂ। ਜਿੱਥੇ ਉਹਨੇ 13 ਮਹੀਨੇ ਹੋ ਗਏ ਸੀ, ਉੱਥੇ ਹੋਰ ਵੀ ਚੱਲ ਜਾਂਦਾ, ਪਰ ਸਾਨੂੰ ਲਿਖਾ ਕੇ ਆਉਣਾ ਚਾਹੀਦਾ। ਜੇ ਉਦੋਂ ਗਲਤੀ ਹੋ ਗਈ ਆ, ਮੈਂ ਹੁਣ ਵੀ ਕਹੂੰਗਾ ਜਿਹੜੀਆਂ ਜਥੇਬੰਦੀਆਂ ਬੈਠੀਆਂ ਉਹਨਾਂ ਨੂੰ ਹੁਣ ਵੀ ਜਿਹੜਾ ਨਿਕਲ ਕੇ ਆ ਜਾਣਾ ਚਾਹੀਦਾ। ਨਹੀਂ ਤੇ ਇਹ ਸਾਡੇ ਆਉਣ ਵਾਲੇ ਭਵਿੱਖ ਜਿਹੜਾ ਬੱਚਿਆਂ ਦਾ ਨਹੀਂ ਬਚੂਗਾ, ਜਿਹਦਾ ਕਰਕੇ ਸਾਡੇ ਆੜੇ ਸ਼ਹੀਦੀ ਦਿਨ ਚੱਲ ਜਾਂਦਾ ਆ। ਸਾਹਿਬਜ਼ਾਦੇ ਛੋਟੇ ਛੋਟੇ 9 ਸਾਲ ਦਾ, 7 ਸਾਲ ਦਾ, ਜਿਹੜੀਆਂ ਲੋਕਾਂ ਬਦਲੇ ਜਾਨਾਂ ਦੇ ਗਏ ਆ, ਇਹਨੂੰ ਯਾਦਗਾਰ ਰੱਖਣ ਵਾਸਤੇ ਸਾਰਿਆਂ ਨੂੰ ਨਿਕਲ ਕੇ, ਕੱਲੀਆਂ ਉਹ ਜਥੇਬੰਦੀਆਂ ਨੂੰ ਬੈਠੀਆਂ, ਜਿਹੜੇ ਘਰਾਂ 'ਚ ਲੋਕ ਬੈਠੇ ਆ, ਉਹਨਾਂ ਨੂੰ ਨਿਕਲਣਾ ਪਊਗਾ। ਨਹੀਂ ਤੇ ਆਹ ਵੇਖੋ ਜਿਹੜੀਆਂ ਸਰਕਾਰਾਂ ਲੋਕਾਂ ਨੂੰ ਨਾ ਇਕੱਠੇ ਹੋਣ ਤੇ ਆ ਤੁਹਾਡੇ ਸਾਹਮਣੇ ਜਿਹੜੀਆਂ ਚੋਣਾਂ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਜੋ ਕੁਝ ਹੋਇਆ, ਲੋਕਾਂ ਦੇ ਕਾਗਜ਼ ਪਾੜੇ ਗਏ, ਲੋਕਾਂ ਦੀਆਂ ਪੱਗਾਂ ਲਾਈਆਂ ਗਈਆਂ। ਪੱਗਾਂ ਦੀ ਕੋਈ ਕੀਮਤ ਨਹੀਂ, ਪਰ ਸਰਕਾਰਾਂ ਤਾਂ ਕਹਿੰਦੇ ਭਾਈ ਪੱਗਾਂ 'ਚ ਕਿਹੜਾ ਕਿੱਲ ਲੱਗੇ ਹੁੰਦੇ ਨੇ, ਲੈ ਜਾਂਦੀਆਂ ਨੇ, ਸ਼ਰੇਆਮ ਕਹਿੰਦੇ ਨੇ। ਬਿਲਕੁਲ ਆਂਦੇ, ਉਹਨਾਂ ਦੀ ਸੋਚਣੀ ਏਦਾਂ ਦੀ, ਜਿੱਦਾਂ ਦੇ ਸਿਸਟਮ ਚੱਲ ਗਏ ਨਾ ਭ੍ਰਿਸ਼ਟ ਦੇ, ਉਹਨਾਂ ਦੀ ਉਦਾਂ ਹੀ ਸੋਚਣੀ। ਸਾਡੇ ਤੇ ਗੁਰੂਆਂ ਨੇ ਕੁਰਬਾਨੀਆਂ ਦੇ ਕੇ ਸਾਨੂੰ ਪੱਗਾਂ ਦਿੱਤੀਆਂ, ਤੇ ਉਹਨਾਂ ਨੂੰ ਅਸੀਂ ਆਖਣ ਦੇ ਵੀ ਇਹਨਾਂ 'ਚ ਕਿਹੜੇ ਕਰ ਲੱਗੇ। ਉਹਨਾਂ ਸੋਚਣ ਦੀ ਗੱਲ, ਉਹ ਭ੍ਰਿਸ਼ਟ ਜੁੜ ਗਏ ਆ, ਉਹ ਭ੍ਰਿਸ਼ਟ ਚੱਲ ਗਏ, ਉਹ ਸਾਰਾ ਕੁਛ
ਆਪਾਂ ਕਿਹੜੀ ਗੱਲ ਕਰੀਏ ਕਿਹੜੀ ਛੱਡੀਏ, ਤੁਸੀਂ ਗੱਲ ਇਹਨਾਂ ਦੀ ਕਰ ਰਹੇ ਹੋ ਪਰ ਜਿਹੜੀਆਂ ਮੰਗਾਂ ਨਾਲ ਲਈ ਤੁਸੀਂ ਲੜ ਰਹੇ ਹੋ ਇਹ ਤਾਂ ਕੇਂਦਰ ਤੇ ਪੰਜਾਬ ਸਰਕਾਰ, ਸਟੇਟ ਤੇ ਸੈਂਟਰ ਦਾ ਰਿਲੇਸ਼ਨ ਹੁੰਦਾ। ਇਹ ਸਾਰੇ ਮੁੱਦੇ ਤਾਂ ਸਗੋਂ ਉਹਨਾਂ ਨੂੰ ਚੱਕਣੇ ਚਾਹੀਦੇ ਨੇ, ਪਰ ਉਹ ਤੁਹਾਨੂੰ ਅਕਸਰ ਕਹਿ ਦਿੰਦੇ ਨੇ ਵੀ ਭਾਈ ਇਹ ਵਜ੍ਹਾ ਨਹੀਂ ਭਾਲਦੇ, ਜਗ੍ਹਾ ਭਾਲਦੇ ਨੇ। ਦਰੀ ਗੱਡੀ 'ਚ ਹੁੰਦੀ ਆ, ਵਿਛਾ ਕੇ ਬੈਠ ਜਾਂਦੇ ਨੇ। ਇੱਕ ਵੀ ਮੈਨੂੰ ਲੱਗਦਾ ਵੀ ਇਹਦੇ ਵਿੱਚੋਂ ਜਿਹੜੀਆਂ ਤੁਸੀਂ ਮੰਗਾਂ ਰੱਖਦੇ ਹੋ, ਇੱਕ ਵੀ ਮੰਗ ਇਦਾਂ ਦੀ ਨਹੀਂ ਜਿਹਦਾ ਸੰਪਰਕ ਨਹੀਂ ਹੈਗਾ ਸਿੱਧਾ ਕੇਂਦਰ ਦੇ ਨਾਲ ਤੇ ਪੰਜਾਬ ਦੇ ਨਾਲ। ਪਰ ਪੰਜਾਬ ਸਰਕਾਰ ਇਸ ਤੋਂ ਭਗੌੜੀ ਹੈ, ਤੁਸੀਂ ਬੋਲੀ ਜਾਂਦੇ ਹੋ। ਫਿਰ ਤੁਹਾਡੇ ਚੋਂ ਵੀ ਮੁੱਖ ਮੰਤਰੀ ਬਣਨ ਦੇ ਇੱਛੁਕ ਹੋਣਗੇ ਬੰਦੇ? ਬਿਲਕੁਲ ਨਹੀਂ। ਮੁੱਖ ਮੰਤਰੀ ਛੱਡ ਕੇ ਐਮਐਲਏ ਦੀ ਕੋਈ ਵੀ ਸੀਟ ਜਿਹੜੀ ਆ ਸਾਡੇ ਜਿਹੜਾ ਲੜਨ ਦਾ ਚਾਹਵਾਨ ਨਹੀਂਗਾ। ਅਸੀਂ ਤਾਂ ਲੋਕਾਂ ਦੇ ਬਦਲੇ ਲੜਨ ਵਾਲੇ ਆ। ਇੱਕ ਚੀਜ਼ ਹੋਰ ਤੁਸੀਂ ਰੱਖੀ ਆ ਵੀ ਅਸੀਂ ਸਾਰੀਆਂ ਜਿਹੜੀਆਂ ਪਾਰਟੀਆਂ ਨੂੰ ਚੈਲੰਜ ਕੀਤਾ, ਰਾਏ ਸਾਹਿਬ ਹੋਣਾ, ਭਦੇਰ ਸਾਹਿਬ ਹੋਣਾ, ਵੀ ਕਾਲੀ ਤੇ ਸਪੈਸ਼ਟ ਕਰਨ ਤੇ ਕਾਂਗਰਸੀ ਸਪੈਸ਼ਟ ਕਰਨ, ਇਹ ਤੇ ਆਮ ਵਾਲੇ ਜਿਨ੍ਹਾਂ ਦਾ ਬਣਦਾ ਵਾ ਉਹ ਇੱਕੋ ਹੀ ਸਾਰੇ ਕੋਆਪਰੇਟ ਘਰਾਣੇ ਦੇ ਆ। ਕੋਈ ਵੀ ਇਹਨਾਂ ਨੀਤੀਆਂ ਤੇ ਜਿਹੜਾ ਲੋਕਾਂ ਦਾ ਕਿੱਤਾ ਖੋਇਆ ਜਾਣਾ ਉੱਤੇ ਕੋਈ ਵੀ ਨਹੀਂ ਬੋਲਦਾ। ਉਹ ਸਿਰਫ ਉਹਨਾਂ ਨੂੰ ਜਦੋਂ ਵੋਟਾਂ ਲੈ ਜਾਂਦੇ ਆ ਉਹਨਾਂ ਨੂੰ ਕੁਰਸੀ ਘੁੰਮਣਾਈ ਦਿੰਦੀ ਆ, ਲੋਕ ਨਹੀਂ ਥੱਲੇ ਦਿੰਦੇ। ਇੱਕ ਇਲੈਕਸ਼ਨ ਤੋਂ ਅਗਲੀ ਇਲੈਕਸ਼ਨ ਤੱਕ ਦਾ ਸਫ਼ਰ ਹੀ ਕਰਦੇ ਨੇ, ਬਸ ਇਹੋ ਇਲੈਕਸ਼ਨ ਤੱਕ ਹੀ ਕਰਦੇ ਆ ਤੇ ਉਹਨਾਂ ਨੂੰ ਉਹ ਕੁਝ ਦਿੰਦਾ ਵਾ। ਪਰ ਜੇ ਲੋਕਾਂ ਦੇ ਹੋ ਕੇ ਰਹਿਣ ਤੇ ਲੋਕ ਇਹਨਾਂ ਦੇ ਹੋ ਜਾਣ, ਪਰ ਲੋਕਾਂ ਦੇ ਨਹੀਂ ਜੇ ਬਣਨੇ, ਕੋਆਪਰੇਟ ਘਰਾਣੇ ਬਣਨੇ। ਜਿੰਨੀਆਂ ਵੀ ਮੰਗਾਂ ਵੇਖੋ, ਆ ਜਿਹੜਾ ਬਿਜਲੀ ਐਕਟ ਤੁਸੀਂ ਦੱਸਿਆ ਦਿੱਲੀ ਤੋਂ ਪਹਿਲਾਂ ਮੰਨਿਆ ਵਾ, ਤੇ ਜਿਹੜਾ ਦਿੱਲੀ ਜਾਣ ਤੋਂ ਪਹਿਲਾਂ ਹੀ ਜਿਹੜਾ ਪ੍ਰਦੂਸ਼ਣ ਐਕਟ ਵਾ ਜਿਹੜਾ ਪਰਾਲੀ ਵਾਲਾ, ਉਹ ਤੇ ਮੋਦੀ ਉਦੋਂ ਵੀ ਪਹਿਲਾਂ ਮੰਨ ਚੁੱਕਾ ਸੀ। ਪਰ ਉਹਨਾਂ ਤੋਂ ਮੰਨ ਕੇ ਇੱਥੇ ਮਾਫੀ ਚਾਹੁੰਦਾ ਮੈਂ ਤੁਹਾਡੀ ਗੱਲ ਕੱਟ ਰਿਹਾ, ਇੱਥੇ ਤੁਹਾਨੂੰ ਦੋਗਲੀ ਨੀਤੀ ਲੱਗਦੀ ਹੈ ਇਸ ਗੱਲ 'ਚ ਵੀ ਭਾਈ ਇਹਨਾਂ ਨੇ ਪੰਜਾਬ ਸਰਕਾਰ ਨੇ ਪ੍ਰਦੂਸ਼ਣ ਰੋਕਥਾਮ ਕਾਨੂੰਨ 1974 ਦਾ ਸ਼ਾਇਦ ਉਸ ਨੂੰ ਉਹਨਾਂ ਨੇ ਬਦਲ ਕੇ ਕਰ ਦਿੱਤਾ ਵੀ ਹੁਣ ਜਿਹੜੇ ਪਾਣੀ ਨੂੰ ਖਰਾਬ ਕਰਨਗੇ, ਹਵਾ ਨੂੰ ਖਰਾਬ ਕਰਨਗੇ, ਉਹਨਾਂ ਦਾ ਸਜ਼ਾ ਦਾ ਪ੍ਰਾਵਧਾਨ ਕੱਢਦਾ, ਸਿੱਧਾ ਜੁਰਮਾਨਾ ਹੋਊ। ਜੁਰਮਾਨਾ ਵੀ ਬਾਹਲਾ ਬਹੁਤਾ ਨਹੀਂ, ਕੁਝ ਲੱਖਾਂ 'ਚ ਹੈ। ਉਸ ਤੋਂ ਬਾਅਦ ਉਹ ਆਜ਼ਾਦ ਹੋ ਜਾਣਗੇ। ਕਹਿਣ ਦਾ ਭਾਵ ਤੁਸੀਂ ਗੁਰੂ ਨਾਨਕ ਸਾਹਿਬ ਦੀ ਬਾਣੀ ਜਿਹੜੀ ਕਹਿੰਦੀ ਹੈ ਵੀ ਹੈ ਨਾ, ਪਾਣੀ, ਹਵਾ, ਸਾਰੀਆਂ ਚੀਜ਼ਾਂ ਦਾ ਮਹੱਤਵ ਦੱਸਦੀ ਹੈ, ਤੁਸੀਂ ਉਹਨੂੰ ਨਰਾਰਦ ਕਰਦੇ ਹੋ, ਨਕਾਰ ਰਹੇ ਹੋ ਵੀ ਭਾਈ ਤੁਸੀਂ ਕੋਈ ਨਾ ਪਾਣੀ ਖਰਾਬ ਕਰਤਾ, ਤੁਸੀਂ ਇੰਨੇ ਕੁ ਪੈਸੇ ਦੇ ਦਿਓ, ਫੇਰ ਕਰੀ ਜਾਓ ਜਾ ਕੇ। ਤੁਹਾਨੂੰ ਇਸ ਗੱਲ ਦਾ ਲੱਗਦਾ, ਮੈਂ ਤੁਹਾਡੇ ਕੋਲ ਆਉਣਾ ਇਸ ਤੇ ਤੁਸੀਂ ਮੈਨੂੰ ਲੱਗਦਾ ਚੰਗਾ ਜਵਾਬ ਦੇ ਸਕਦੇ ਹੋ ਵੀ ਹਵਾ ਪਾਣੀ ਪਰ ਇਹਦਾ ਕੋਈ ਮੁੱਲ ਹੀ ਨਹੀਂ ਵੀ ਤੁਸੀਂ ਜੁਰਮਾਨਾ ਦਿਓ। ਪੰਜਾਬ ਸਰਕਾਰ ਨੇ ਕੀਤਾ ਕਾਨੂੰਨ, ਉਹਨਾਂ ਨੇ ਪਾਸ ਕਰ ਦਿੱਤਾ ਸੋਧ ਕਰਕੇ ਵੀ ਭਾਈ ਜੁਰਮਾਨਾ ਦੇ ਕੇ ਬਚ ਸਕਦੇ ਹੋ, ਹੁਣ ਤੁਹਾਨੂੰ 6 ਸਾਲ ਜੇਲ੍ਹ 'ਚ ਨਹੀਂ ਰਹਿਣਾ ਪਊ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਵਰਕਰਾਂ, ਚਲੋ ਲੋਕਾਂ ਦੀ ਆਪਣੀ ਆਪਣੀ ਇੱਕ ਸਮਝ, ਇੱਕ ਸੋਚ ਆ। ਸਾਡਾ ਮੁੱਢ, ਸਾਡੀ ਪ੍ਰਾਰੰਭਤਾ ਹੁੰਦੀ ਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ। ਇੱਕ ਸ਼ਲੋਕ ਗੁਰਬਾਣੀ ਦਾ ਆਉਂਦਾ, ਪਹਿਲਾਂ ਪਾਣੀ ਜਿਉ ਹੈ ਜਿਤ ਹਰਿਆ ਸਭ ਕੋਈ। ਹਵਾ ਜਿਹੜੀ ਆ ਉਹ ਦੇਵਤਾ ਸਾਡਾ, ਪਾਣੀ ਸਾਡਾ ਪਿਤਾ, ਧਰਤੀ ਸਾਡੀ ਮਾਂ। ਤਿੰਨ ਚੀਜ਼ਾਂ ਹੀ ਜ਼ਿੰਦਗੀ ਵਾਸਤੇ ਲੋੜੀਂਦੀਆਂ ਨੇ। ਆ ਗੱਡੀ ਨਹੀਂ, ਅੱਜ ਕੋਈ ਗੱਲ ਨਹੀਂ, ਮੈਂ ਬੱਸੇ ਚੜ ਕੇ ਆ ਜਾਊਂਗਾ, ਹਾਂ ਰੇਲੇ ਚਲੇ ਜਾਓ ਜਾਂ ਮੈਂ ਇੱਥੋਂ ਆ ਕੇ ਰਕਸ਼ਾ ਲੈ ਲਵਾਂ, ਸਰ ਜੂਗਾ ਗੱਡੀ ਬਿਨਾ ਮੇਰਾ। ਟਰੈਕਟਰ ਬਿਨਾ ਨਹੀਂ, ਮੈਂ ਆਪਣੇ ਆਂਢ ਗੁਆਂਢ, ਸਾਡੇ ਪਿੰਡ ਸੁਸਾਇਟੀਆਂ 'ਚ ਟਰੈਕਟਰ ਹੈਗੇ ਨੇ, ਉਹਨਾਂ ਨਾਲ ਕੰਮ ਹੋ ਸਕਦਾ। ਲੋੜ ਤੋਂ ਵੱਧ ਵੱਡੇ ਸਾਧਨ ਰੱਖਣਾ ਸਾਡੇ ਲੋਕਾਂ ਦਾ ਸ਼ੌਂਕ ਹੋ ਗਿਆ, ਗੁਰਬਾਣੀ ਨਾਲੋਂ ਟੁੱਟੇ ਨੇ। ਉਹ ਸਾਡੀ ਥਲੜੀ ਜ਼ਮੀਨੀ ਹਕੀਕਤ ਲੋਕਾਂ ਦੀ। ਉਸ ਤੋਂ ਬਾਅਦ ਤੁਸੀਂ ਗੱਲ ਕੀਤੀ ਸਰਕਾਰਾਂ ਦੀ। ਸਰਕਾਰਾਂ 'ਚ ਕਹਿੰਦੀਆਂ ਅਸੀਂ ਗੁਰੂ ਸਾਹਿਬਾਨਾਂ ਦੀਆਂ ਸ਼ਤਾਬਦੀਆਂ ਮਨਾਉਣੀਆਂ। ਗੁਰੂ ਤੇਗ ਬਹਾਦਰ ਮਹਾਰਾਜ ਜੀ ਮਨਾਈ ਗਏ ਨਾ, ਵਿਧਾਨ ਸਭਾ ਚੱਕ ਕੇ ਉੱਥੇ ਲੈ ਕੇ ਆਂਦੀ ਨਾ। ਉਦੋਂ ਕਿਸੇ ਨੇ ਸਵਾਲ ਪਾਇਆ ਉਹਨਾਂ ਨੇ ਵੀ ਇੱਥੇ ਕਿਉਂ ਆਉਣਾ ਪਿਆ। ਅਸੀਂ ਤੇ ਤੁਹਾਨੂੰ ਇੱਕ ਵਾਰ ਪੂਰਾ ਪੰਜਾਬ ਦਾ ਫੁੱਲ ਮਾਈਂਡਡ ਦੇ ਕੇ 92 ਬਣਾ ਕੇ ਤੁਹਾਨੂੰ ਵਿਧਾਨ ਸਭਾ 'ਚ ਭੇਜਿਆ, ਤੁਸੀਂ ਵਿਧਾਨ ਸਭਾ ਛੱਡ ਕੇ ਬਾਹਰ ਆ ਰਹੇ ਹੋ। ਕੰਮ ਤੇ ਉੱਥੇ ਬਹਿ ਕੇ ਕਰਨ ਵਾਲੇ ਆ, ਮਤਾ ਤਾਂ ਉੱਥੇ ਪਾਸ ਹੋਣਾ। ਅਗਲੇ ਕਹਿੰਦੇ ਜੀ ਸ਼ਰਧਾਂਜਲੀ ਦੇਣੀ ਹੈ ਗੁਰੂ ਸਾਹਿਬ ਨੂੰ, ਪਰ ਦਿਸੀ ਨਹੀਂ ਵੀ ਕਿਹੜੀ ਸ਼ਰਧਾਂਜਲੀ ਉੱਥੇ ਦਿੱਤੀ ਹੈ। ਕਹਿੰਦੇ ਸੋਹਣੇ ਸੋਹਣੇ ਸ਼ਬਦ ਲਿਖ ਕੇ ਲਿਆਓ। ਇਹ ਸਪੀਕਰ ਸਾਹਿਬ ਨੇ ਕੱਲੇ ਕੱਲੇ ਐਮਐਲਏ ਨੂੰ ਨੋਟਿਸ ਭੇਜਿਆ ਸੀ ਵੀ ਸੋਹਣੇ ਸੋਹਣੇ ਸ਼ਬਦ ਲਿਖ ਕੇ ਲਿਆਓ, ਇਹ ਤੁਹਾਡੇ ਇਤਿਹਾਸ 'ਚ ਦਰਜ ਹੋ ਜਾਣਗੇ। ਉਹ ਸੋਹਣੇ ਸ਼ਬਦਾਂ ਦੀ ਬਜਾਏ ਜੇਕਰ ਤੁਹਾਨੂੰ ਕਿਸੇ ਚੀਜ਼ ਲਈ ਕਿਸੇ ਨੇ ਚੁਣਿਆ, ਲੋਕਾਂ ਨੇ ਮੈਂਡੇਟ ਦਿੱਤਾ, ਆਪਣਾ ਮਤ ਦਿੱਤਾ, ਤੁਸੀਂ ਉਹ ਕੰਮ ਤੁਹਾਡੀ ਗੱਲ ਰੋਕਦਾ, ਸਵਾਲ ਲੰਬਾ ਹੋ ਜਾਂਦਾ ਕਿਉਂਕਿ ਉਹਦਾ ਫਿਰ ਜਵਾਬ ਨਹੀਂ ਸਹੀ ਬਣਦਾ। ਸ਼ਰਧਾਂਜਲੀ ਕੀ ਸ਼ਰਧਾਂਜਲੀ? ਪੰਜਾਬ ਸਰਕਾਰ ਨੇ ਐਫਰਟ ਕੀਤਾ, ਇੰਨਾ ਸਾਡਾ ਇਤਿਹਾਸ ਗੁਰੂ ਸਾਹਿਬਾਂ ਨਾਲ ਬਦਲ ਦਿੱਤਾ। ਉਦਣੇ ਹੀ ਕਹਿ ਦਿੰਦੇ ਵੀ ਜਿਹੜੀਆਂ ਕਿਤਾਬਾਂ ਗਲਤ ਛਪੀਆਂ ਅੱਜ ਤੋਂ ਬਾਅਦ ਬੈਨ। ਇਹ ਸ਼ਰਧਾਂਜਲੀ ਸੀ ਨਾ, ਗੁਰੂ ਸਾਹਿਬ ਦਾ ਇਤਿਹਾਸ ਬਚਾਉਣਾ ਨਾ। ਦਿੱਲੀ ਤੋਂ ਲੈ ਕੇ ਅੱਜ ਤੱਕ ਪੰਜਾਬ ਦੇ ਵਿੱਚ ਜਿੱਥੇ ਵੀ ਕਿਤੇ ਦੇਖ ਲਓ, ਗੁਰੂ ਤੇਗ ਬਹਾਦਰ ਮਹਾਰਾਜ ਨੂੰ ਹਿੰਦ ਦੀ ਚਾਦਰ ਕਿਹਾ ਜਾਂਦਾ। ਇਹ ਤੋਂ ਮੇਰੇ ਤੋਂ ਪਹਿਲਾਂ ਕਾਲੋ ਸਾਹਿਬ ਨੇ ਗੱਲ ਕਹੀ ਸੀ ਵੀ ਸਾਡਾ ਪੰਜਾਬ ਇੱਕ ਵੱਖਰੀ ਸਟੇਟ ਹੈ। ਇਹ ਵਾਕਈ ਵੱਖਰੀ ਸਟੇਟ ਸੀ, ਸਾਡਾ ਵੱਖਰਾ ਇੱਕ ਸੂਬਾ ਸੀ।
ਸਾਡਾ ਭਾਰਤ ਦੇ ਨਾਲ ਦੇਸ਼ ਸੀ। ਭਾਰਤ ਦੇ ਨਾਲ ਸਾਡਾ ਕੋਈ ਤਾਣਾ ਬਾਣਾ ਨਹੀਂ ਸੀ। ਸਾਨੂੰ ਹੌਲੀ ਸਾਨੂੰ ਸਾਡੇ ਗੁਰੂ ਸਾਹਿਬਾਨਾਂ ਨੂੰ, ਸਾਡੇ ਪਾਣੀਆਂ ਨੂੰ, ਸਾਡੀ ਬਿਜਲੀ ਨੂੰ, ਸਭ ਕਾਸੇ ਨੂੰ ਖਿੱਚ ਤੂੰ ਇਹਨਾਂ ਨੇ ਦਿੱਲੀ ਨਾਲ ਜੋੜ ਦਿੱਤਾ। ਹਰੇਕ ਮੁੱਦੇ 'ਚੋਂ ਸਾਨੂੰ ਬਾਹਰ ਕੱਢੀ ਜਾਂਦੇ। ਜਿੱਦਾਂ ਸਾਨੀ ਸਾਹਿਬ ਨੇ ਯੂਨੀਵਰਸਿਟੀ ਦਾ ਜ਼ਿਕਰ ਕੀਤਾ, ਉਹਨਾਂ ਬਿਜਲੀ ਦਾ ਜ਼ਿਕਰ ਕੀਤਾ। ਉਹ ਅਸਲ 'ਚ ਗੱਲ ਪਤਾ ਕੀ ਆ, ਤੁਸੀਂ ਅਸਲ ਗੱਲ ਸਮਝਣ ਦਾ ਯਤਨ ਕਰਿਓ। ਜਿੱਦਾਂ ਤੁਸੀਂ ਗੱਲ ਕਰਾਇਆ ਵੀ ਆਹ ਜਿਹੜਾ ਕਾਨੂੰਨ ਜਿੱਤੇ ਅੱਜ ਲੜ ਰਹੇ, ਇਹ ਤਾਂ ਉਹਨਾਂ 3 ਕਾਨੂੰਨਾਂ ਵਿੱਚ ਵੀ ਸੀ। ਕਿਉਂ ਨਹੀਂ ਕਰਾਇਆ? ਉਹ 3 ਕਾਨੂੰਨ ਹੀ ਰਿਪੀਲ ਹੋਏ ਸੀ, ਇਹ ਕਾਨੂੰਨ ਵੀ ਰਿਪੀਲ ਹੋਇਆ ਸੀ। ਇਹ ਤੇ ਸਰਕਾਰ ਦੀ ਨਾਕਾਮੀ ਆ ਨਾ, ਸੈਂਟਰ ਸਰਕਾਰ ਦੀ, ਪੰਜਾਬ ਸਰਕਾਰ ਦੀ। ਉਹਨਾਂ ਦੁਬਾਰਾ ਲਿਆਂਦੇ ਨੇ, ਇਹ ਕਾਨੂੰਨ ਨਾਲ ਹੀ ਰਿਪੀਲ ਹੋਇਆ। ਲਿਖਤੀ ਵਿੱਚ ਆ, 3 ਕਾਲੇ ਕਾਨੂੰਨ ਸੀ ਨਾ, ਖੇਤੀ ਅਕਵੈਰ ਦਾ ਜਾਂ ਹੋਰ ਜਿਹੜੇ ਬਾਕੀ ਕਾਨੂੰਨ ਹੈ, ਉਹਨਾਂ ਵਿੱਚ ਹੀ ਇਹ ਬਿਜਲੀ ਮੈਨੇਜਮੈਂਟ ਦਾ ਜਿਹੜਾ ਸੀ, ਇਹ 2020 ਦਾ ਜਿਹੜਾ ਇਹਨਾਂ ਨੇ ਪਾਇਆ ਸੀ, ਉਹ ਵੀ ਉਹਦੇ ਵਿੱਚ ਸੀ, ਇਹ ਨਾਲ ਹੀ ਰੱਦ ਹੋਇਆ। ਪਰ ਸਰਕਾਰ ਧੋਖਾ ਕਰ ਗਈ, ਉਹਨੇ ਲਿਖਤੀ ਪ੍ਰੂਫ ਵਿੱਚ ਦੇ ਕੇ ਵੀ ਉਹਨੇ ਜਿਹੜੀ ਆਪਣੀ ਦਾਅਵੇਦਾਰੀ ਆ ਉਹ ਕੈਂਸਲ ਕਰਤੀ ਵੀ ਅਸੀਂ ਸੱਚ ਨਹੀਂ ਬੋਲਣਾ। ਬਾਕੀ ਗੱਲ ਆ ਗਈ ਤੁਹਾਡੀ ਯੂਨੀਵਰਸਿਟੀ ਭਾਖੜਾ ਡੈਮ, ਪਹਿਲਾਂ ਇੱਥੇ ਗੱਲਾਂ ਹੋ ਚੁੱਕੀਆਂ ਸਾਰੀਆਂ ਹੀ। ਉਹ ਸਾਰਾ ਕੁਛ ਹੀ ਜਿਹੜਾ ਪੰਜਾਬ ਸਰਕਾਰ ਦਾ ਪ੍ਰੋਜੈਕਟ ਆ, ਪੰਜਾਬ ਸਰਕਾਰ ਦੇ ਅਧਿਕਾਰ ਖੇਤਰ ਵਿੱਚ ਆਉਂਦਾ, ਉਹ ਪੰਜਾਬ ਸਰਕਾਰ ਨੇ ਕਰਨਾ ਸੀ। ਅਸਲ ਵਿੱਚ ਜਿਨ੍ਹਾਂ ਨੂੰ ਅਸੀਂ ਕੁਰਸੀਆਂ ਤੇ ਬਿਠਾਇਆ, ਜਿਵੇਂ ਤੁਸੀਂ ਵੋਟਾਂ ਦੀ ਗੱਲ ਕੀਤੀ, ਉਹ ਲੈ ਜ਼ਰੂਰ ਗਏ ਨੇ ਵੋਟਾਂ, ਪਰ ਉਹਨੇ ਕੰਮ ਨਹੀਂ ਕੀਤਾ। ਪਰ ਲੋਕਾਂ ਨੇ ਜੁੱਤੀ ਫੇਰਤੀ ਆ। 99% ਜੁੱਤੀ ਫਿਰ ਗਈ ਆ, 1% ਰਹਿ ਗਈ ਆ, ਉਹ 27 ਦੀਆਂ ਵੋਟਾਂ 'ਚ ਫਿਰੂਗੀ। ਇਹੀ ਭਗਵੰਤ ਮਾਨ ਜਿਹੜਾ ਕਹਿੰਦਾ ਸੀ ਨਾ ਕੁੱਕੜ ਪਾਲ ਲਓ, ਇਹਨੂੰ ਦੱਸਾਂਗੇ ਵੀ ਕੁੱਕੜ ਕਿੱਦਾਂ ਪਾਲੀ ਦੇ, ਮੁਰਗੀਆਂ ਕਿਵੇਂ ਪਾਲੀ ਦੀਆਂ, ਫਾਰਮ ਕਿਵੇਂ ਪੈਂਦੇ ਨੇ, ਸਿਕਿਉਰਿਟੀ ਕਿਵੇਂ ਵਿਡਰਾਅ ਹੁੰਦੀ ਆ, ਉਹ ਇਹਨੂੰ ਦੱਸਾਂਗੇ। ਟਾਈਮ ਥੋੜਾ ਹੀ ਰਹਿ ਗਿਆ। ਅੱਛਾ, ਇਹਦੇ ਵਿੱਚ ਗੱਲ ਇਹ ਹੈ, ਜਦੋਂ ਤੁਸੀਂ ਗੱਲ ਕੀਤੀ ਕਿ ਜੁੱਤੀ ਫਿਰ ਗਈ, ਚਲੋ ਉਹ ਗੱਲ ਇੱਕ ਅਲੱਗ ਹੈ। ਪਰ ਜਿੱਦਾਂ ਆਪਾਂ ਸਰਕਾਰ ਚੁਣਦੇ ਆ, 92 ਦਿੱਤੇ, ਇਹਨਾਂ ਨੂੰ 94 ਦਿੱਤੇ, ਕਿਉਂ ਚੁਣਦੇ ਆ? ਕਿਉਂਕਿ ਅਸੀਂ ਚਾਹੁੰਦੇ ਵੀ ਅਸੀਂ ਆਪਣੇ ਕੰਮ ਆਜ਼ਾਦੀ ਦੇ ਨਾਲ ਕਰ ਸਕੀਏ। ਜਿਹੜੀ ਸਾਡੀ ਲੜਾਈ ਹੈ ਉਹ ਸਾਡੀ ਸਰਕਾਰ ਲੜੂਗੀ। ਹੁਣ ਜਿੰਨੇ ਮੈਨੂੰ ਲੱਗਦਾ 2022 ਤੋਂ ਹੁਣ ਤੱਕ ਧਰਨੇ ਲੱਗੇ ਨੇ, ਇੰਨੇ ਤਾਂ ਕਦੀ ਵੀ ਨਹੀਂ ਲੱਗੇ। ਮਤਲਬ ਕਿ ਸਰਕਾਰ ਆਪਣੇ ਕੰਮ ਤੋਂ ਭਗੌੜੀ ਮੰਨਦੇ ਹੋ ਤੁਸੀਂ? ਹਾਂਜੀ, ਜਿਹੜੀ ਇਹ ਨੀਤੀ ਆ ਰਹੀ, ਜਿਹੜੀ ਆਪਾਂ ਨੀਤੀ ਦਾ ਮੂਲ ਕਾਰਨ ਕਿਉਂ ਆ ਰਹੀਆਂ ਪ੍ਰਾਈਵੇਟ ਨੀਤੀਆਂ, ਦਰਅਸਲ ਸਭ ਤੋਂ ਪਹਿਲਾਂ ਰਾਜਨੀਤੀ ਦਾ ਵਪਾਰੀਕਰਨ ਹੋ ਚੁੱਕਾ ਹੈ। ਰਾਜਨੀਤੀ ਲੋਕਾਂ ਦੀ ਆਵਾਜ਼ ਨਹੀਂ, ਲੋਕ ਵੋਟਾਂ ਪਾਉਣ ਤੱਕ ਸੀਮਿਤ ਹੈ। ਸਾਰੀਆਂ ਪੋਲੀਟੀਕਲ ਪਾਰਟੀਆਂ, ਤੁਸੀਂ ਇਹਨਾਂ ਨੂੰ ਹਰਾ ਕੇ ਦੂਜਾ ਜਿਤਾ ਲਓ, ਸਾਰੀਆਂ ਪੋਲੀਟੀਕਲ ਪਾਰਟੀਆਂ ਦਾ ਲੋਕਾਂ ਪ੍ਰਤੀ ਕੋਈ ਏਜੰਡਾ ਨਹੀਂ, ਵਪਾਰੀਕਰਨ ਹੋ ਚੁੱਕਾ। ਸਾਰੀਆਂ ਪਾਰਟੀਆਂ ਦੀ ਜਿਹੜੀ ਹਾਈ ਕਮਾਂਡ ਆ, ਉੱਪਰ ਕੁਝ ਚੰਦ ਬੰਦੇ, ਉਹ ਪਾਰਟੀ ਦੀ ਨੀਤੀ ਤੈਅ ਕਰਦੇ ਆ। ਪਾਰਟੀ ਦੇ ਨੁਮਾਇੰਦਿਆਂ ਕੋਲ, ਇੱਥੋਂ ਤੱਕ ਮੰਤਰੀਆਂ ਤੇ ਐਮਐਲਏਆਂ ਕੋਲ ਬੋਲਣ ਦਾ ਅਧਿਕਾਰ ਹੈ ਨਹੀਂਗਾ। ਸਿਰਫ ਦਿਖਾਵੇ ਦੀ ਜਿਹੜੀ ਡੈਮੋਕ੍ਰੇਸੀ ਹੈ, ਉਹ ਦਿਖਾਵੇ ਦੀ ਡੈਮੋਕ੍ਰੇਸੀ ਜਿਹੜੀ ਐਂ ਕਹ ਲਈਏ ਵੀ ਰਾਜਨੀਤੀ ਵੀ ਇੱਕ ਵਪਾਰ ਦਾ ਇੱਕ ਰੂਪ ਬਣ ਗਿਆ, ਧੰਦਾ ਬਣ ਗਈ। ਉਹਦੇ ਚ ਪੈਸੇ ਇਨਵੈਸਟ ਕਰੋ। ਰਾਜਨੀਤੀ ਸਿਰਫ ਧੰਦਾ ਬਣ ਗਈ ਹੈ। ਜਿਹੜੇ ਧੰਦੇਬਾਜ਼ ਲੋਕ ਨੇ, ਉਹ ਆਪਣੇ ਮੁਨਾਫੇ ਨੂੰ ਮੋਹਰੇ ਰੱਖ ਕੇ ਨੀਤੀਆਂ ਬਣਾ ਰਹੇ ਆ, ਤੇ ਜਿਹੜੀਆਂ ਲੋਕ ਪੱਖੀ ਨੀਤੀਆਂ ਉਹ ਕਿਧਰੇ ਨਜ਼ਰ ਨਹੀਂ ਆਉਂਦੀਆਂ। ਚਾਹੇ ਸਿਹਤ ਸਹੂਲਤਾਂ ਲੈ ਲਓ, ਚਾਹੇ ਪੰਜਾਬ 'ਚ ਐਜੂਕੇਸ਼ਨ ਲੈ ਲਓ, ਸਰਕਾਰੀ ਸਕੂਲਾਂ ਦੀਆਂ ਛੱਤਾਂ ਡਿੱਗ ਰਹੀਆਂ, ਤੇ ਵੱਡੀਆਂ ਪ੍ਰਾਈਵੇਟ ਯੂਨੀਵਰਸਿਟੀਆਂ 200 500 ਏਕੜ ਦੀਆਂ, ਉਹ ਪੰਜਾਬ ਦੇ ਵਿੱਚ ਤੁਸੀਂ ਜਿੱਧਰ ਮਰਜ਼ੀ ਰੋਡ ਤੇ ਹਾਈਵੇ ਤੇ ਸਫ਼ਰ ਕਰੋ, ਉਹ ਬਣ ਰਹੀਆਂ। ਸਾਰੇ ਜਿਹੜੇ ਸਰਕਾਰੀ ਹਸਪੀਟਲ ਆ, ਉੱਥੇ ਲੋਕਾਂ ਨੂੰ ਹੋ ਸਕਦਾ ਖੰਘ ਦੀ ਦਵਾ ਨਾ ਮਿਲੇ, ਕਿਸੇ ਦੇ ਪੱਟੀ ਨਾ ਹੋਵੇ, ਤੇ ਜਲੰਧਰ 'ਚ ਤੁਸੀਂ ਵਿਜ਼ਿਟ ਕਰਕੇ ਦੇਖ ਲਓ, ਸੈਂਕੜੇ ਕਰੋੜ ਦੇ ਹਸਪੀਟਲਾਂ ਦੀਆਂ ਬਿਲਡਿੰਗਾਂ ਉਹ ਚੇਨਾਂ ਸਾਰੇ ਪੰਜਾਬ 'ਚ ਚੱਲ ਰਹੀਆਂ। ਆਪਾਂ ਜਲੰਧਰ 'ਚ ਖੜੇ ਆ, ਇੱਥੇ ਏਸ਼ੀਆ 'ਚ ਸਭ ਤੋਂ ਜ਼ਿਆਦਾ ਹਸਪਤਾਲਾਂ ਵਾਲਾ ਸ਼ਹਿਰ ਹੈ ਇਹ। ਜਲੰਧਰ ਪੰਜਾਬ ਦੇ ਵਿੱਚ ਹੱਬ ਆ, ਵੱਡਾ ਮਤਲਬ ਇੱਕ ਬਾਜ਼ਾਰ ਡਿਵੈਲਪ ਹੋ ਰਿਹਾ। ਆਮ ਲੋਕ ਜਿਹੜੇ ਆ, ਆਮ ਗਰੀਬ ਲੋਕ ਆ, ਕਿਸਾਨ ਆ ਜਾਂ ਮਜ਼ਦੂਰ ਆ, ਉਹਨਾਂ ਦੀ ਜ਼ਿੰਦਗੀ ਦਾ ਕੀ ਆਧਾਰ ਬਣਨਾ, ਉਹਦੇ ਉੱਤੇ ਹਨੇਰਾ ਛਾਇਆ ਹੋਇਆ। ਇਹ ਜਿਹੜਾ ਬਿਜਲੀ ਐਕਟ ਆ, ਜੇ ਬਾਹਰਲੇ ਦੇਸ਼ਾਂ ਨੇ ਮਾਡਲ ਨੂੰ ਅਪਣਾਇਆ, ਉਹਨਾਂ ਨੇ ਰੁਜ਼ਗਾਰ ਦੀ ਗਾਰੰਟੀ ਦਿੱਤੀ ਹੈ। ਜੇ ਰੁਜ਼ਗਾਰ ਨਹੀਂ ਹੈਗਾ, ਸਰਕਾਰ ਇੰਨੇ ਕੁ ਪੈਸੇ ਕੋਲੋਂ ਪੇ ਕਰਦੀ ਹੈ, ਬੇਰੁਜ਼ਗਾਰੀ ਭੱਤਾ ਇੰਨਾ ਕੁ ਮਿਲਦਾ ਕਿ ਉਹ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ, ਪਰਿਵਾਰ ਦਾ ਰਹਿਣ ਸਹਿਣ, ਜਿੰਨਾ ਕਿ ਸਾਡੇ ਗੈਜਟਡ ਅਫਸਰ ਦਾ ਹੁੰਦਾ, ਇਦਾਂ ਦਾ ਉੱਥੇ ਬੇਰੁਜ਼ਗਾਰਾਂ ਦਾ ਵੀ ਹੈਗਾ। ਇਹ ਮਾਡਲ ਉੱਥੇ ਤਾਂ ਅਡਾਪਟ ਕੀਤੇ ਜਾ ਸਕਦੇ ਆ। ਅੱਛਾ, ਮੈਂ ਹੁਣ ਇੱਧਰ ਆਉਣਾ ਭਾਈ ਸਾਹਿਬ ਤੁਹਾਡੇ ਕੋਲ। ਚਲੋ ਕਿਸਾਨ ਮਜ਼ਦੂਰ ਏਕਤਾ ਦਾ ਨਾਰਾ ਆਪਾਂ ਦਿੰਨੇ ਆ, ਪਰ ਮਜ਼ਦੂਰਾਂ ਦੇ ਦੀਆਂ ਜਿਹੜੀਆਂ ਗੱਲਾਂ ਨੇ, ਵੈਸੇ ਮੈਂ ਚਲੋ ਇਹਦੇ ਚ ਪੜ੍ਹੀਆਂ ਨੇ, ਤੁਸੀਂ ਜਿਹੜਾ ਪੰਜਾਬ ਕੇਂਦਰ ਸਰਕਾਰ ਨੇ ਹੁਣ ਲੇਬਰ ਲਾਅ ਚੇਂਜ ਕੀਤੇ ਨੇ, ਤੁਸੀਂ ਉਹਦੀ ਗੱਲ ਕਰ ਰਹੇ ਹੋ। ਹੁਣ ਮਨਰੇਗਾ ਦਾ ਨਾਮ ਬਦਲਿਆ ਜਾ ਰਿਹਾ, ਕੱਲਾ ਨਾਂ ਨਹੀਂ ਬਦਲਿਆ ਜਾ ਰਿਹਾ, ਉਹਦਾ ਖਾਸਾ ਵੀ ਖਤਮ ਕੀਤਾ ਜਾ ਰਿਹਾ, ਰੂਹ ਮਾਰੀ ਜਾ ਰਹੀ ਆ। ਕਹਿ ਤਾਂ ਰਹੇ ਨੇ 100 ਦੀ ਜਗ੍ਹਾ ਤੇ ਹੁਣ 125 ਦਿਨ ਕੰਮ ਮਿਲੂ, ਪਰ ਸਟੱਡੀ ਪਹਿਲਾਂ ਹੀ ਕਹਿੰਦੀ ਆ ਵੀ ਪੰਜਾਬ 'ਚ ਤਾਂ ਪਹਿਲਾਂ ਹੀ 38 ਦਿਨ ਕੰਮ ਮਿਲਦਾ, 100 ਤਾਂ ਪਹਿਲਾਂ ਵੀ ਨਹੀਂ ਮਿਲਦਾ। ਤੇ ਹੁਣ ਜਦੋਂ ਉਸ ਤੇ ਹਮਲਾ ਹੋ ਰਿਹਾ, ਤੁਸੀਂ ਮਜ਼ਦੂਰਾਂ ਦੇ ਲਈ ਵੀ ਕੁਝ ਸੋਚ ਰਹੇ ਹੋ ਵੀ ਆਪਾਂ ਮਜ਼ਦੂਰਾਂ ਨੂੰ ਵੀ ਲਾਮਬੰਦ ਕਰੀਏ, ਜਾਂ ਤੁਹਾਡੀ ਲਿਸਟ 'ਚ ਹੈ ਉਹ ਚੀਜ਼ ਵੀ ਆਪਾਂ ਇਹ ਵੀ ਕੰਮ ਕਰਨਾ? ਕਿਉਂਕਿ ਨਰੇਗਾ ਜਿਹੜੇ ਪਿੰਡੂ ਮਜ਼ਦੂਰ ਨੇ, ਉਹਨਾਂ ਦੀ ਰੀੜ੍ਹ ਦੀ ਹੱਡੀ ਦਾ ਕੰਮ ਕਰਦੇ ਆ, ਉਹਨਾਂ ਦੇ ਚੁੱਲ੍ਹੇ ਚੱਕ ਉਹਦੇ ਨਾਲ ਬਲਦੀ ਹੈ। ਸਭ ਤੋਂ ਪਹਿਲਾਂ ਜਿਹੜੀ ਮਜ਼ਦੂਰਾਂ ਦੀ ਗੱਲ ਹੈ, ਮਜ਼ਦੂਰਾਂ ਦੀ ਠਾਉਨੇ ਆ। ਵੇਖੋ, ਮਜ਼ਦੂਰਾਂ ਦੀਆਂ ਮੰਗਾਂ ਜਿਹੜੇ ਆ ਮੀਟਰ ਚਿੱਪ ਵਾਲੀ, ਇਹ ਮਜ਼ਦੂਰਾਂ ਨੂੰ ਵੱਧ ਨੁਕਸਾਨ ਕਰਦੇ ਆ। ਵੀ ਜਿਹੜੇ ਆਂਦੇ ਸੀ ਵੀ 600 ਯੂਨਿਟ ਮਾਫ ਆ, ਪਰ ਜਿੱਦਣ ਚਿੱਪ ਵਾਲੇ ਮੀਟਰ ਲੱਗ ਜਾਂਦੇ ਆ, ਜਦੋਂ ਆਨਲਾਈਨ ਬਿੱਲ ਆਉਂਦਾ, ਤੇ ਸਭ ਤੋਂ ਵੱਧ ਮਜ਼ਦੂਰਾਂ ਦਾ ਨੁਕਸਾਨ ਹੁੰਦਾ। ਅਸੀਂ ਮਜ਼ਦੂਰਾਂ ਦੀ ਲੜਾਈ ਲੜਦੇ ਆ। ਫਿਰ ਇਹਦੇ ਨਾਲ ਤੁਸੀਂ ਵੇਖਿਓ ਹੜਾਂ ਦੇ ਜਿਹੜੇ ਮਾਜਵੇ ਦੇ ਪੈਸੇ ਆ,
ਉਹਦੇ ਨਾਲ ਅਸੀਂ ਆਖਿਆ ਵੀ ਜਿਹੜਾ ਮਜ਼ਦੂਰਾਂ ਦਾ ਨੁਕਸਾਨ ਹੋਇਆ ਘਰਾਂ ਦਾ ਆ ਉਹਨਾਂ ਦਾ ਵੀ ਵੇਖਿਆ ਜਾਵੇ, ਨਾਲ ਉਹਨੂੰ ਘੱਟੋ ਘੱਟ 10% ਜਿਹੜਾ ਉਹਨੂੰ ਮਾਜਵਾ ਵੀ ਦਿੱਤਾ ਜਾਵੇ। ਵੇਖੋ ਮਜ਼ਦੂਰ ਦਾ ਨਾਲ ਚਲ ਗਿਆ ਨਾ, ਜਦੋਂ ਹੜ੍ਹ ਆ ਗਏ ਤੇ ਜਿੱਥੇ ਮੰਡੀ ਜਾਣਾ ਅਸੀਂ ਚਾਹੇ ਹੋਰ ਕਿੱਤਾ ਸੀ ਉਹਦੇ ਨਾਲ ਹੀ ਜਿਹੜਾ ਮਜ਼ਦੂਰਾਂ ਦਾ ਨੁਕਸਾਨ ਹੋ ਗਿਆ। ਇਸ ਕਰਕੇ ਮਜ਼ਦੂਰਾਂ ਦੇ ਅਸੀਂ ਜਿਹੜੀ ਨਰੇਗਾ ਦੀ ਗੱਲ ਕੀਤੀ ਆ, ਨਰੇਗਾ ਦੀ ਵੀ ਸਾਡੀ ਲੰਮੀ ਲੜਾਈ ਸ਼ੰਭੂ ਤੇ ਵੀ ਰਹੀ ਆ, ਖਨੌਰੀ ਵੀ ਰਹੀ ਆ, ਭਈ 200 ਦਿਨ ਘੱਟੋ ਘੱਟ ਉਹਨਾਂ ਨੂੰ ਕੰਮ ਦਿੱਤਾ ਜਾਵੇ। ਜੇ 700 ਕੀਤੀ ਜਾਵੇ ਤੁਸੀਂ ਹਾਂਜੀ 700 ਰੁਪਇਆ ਜਿਹੜੀ ਹੈ ਇਹਨਾਂ ਦੀ ਦਿਹਾੜੀ ਕੀਤੀ ਜਾਵੇ। ਮਜ਼ਦੂਰਾਂ ਦੀ ਵੀ ਅਸੀਂ ਮੰਗ ਜਿਹੜੀ ਉਹ ਨਾਲ ਠਾਉਂਦੇ ਆ। ਕਿਸਾਨ ਬਚਿਆ ਤੇ ਮਜ਼ਦੂਰ ਬਚਿਆ। ਜੇ ਕਿਸਾਨ ਮਜ਼ਦੂਰ ਬਚਿਆ ਤੇ ਦੁਕਾਨਦਾਰ ਬਚੂਗਾ। ਜੇ ਕਿਸਾਨ ਮਜ਼ਦੂਰ ਦੁਕਾਨਦਾਰ ਦੇ ਗਏ ਤੇ ਦੁਕਾਨਦਾਰ ਦਾ ਸਮਾਨ ਨਹੀਂ ਵਿਕੂ। ਤੇ ਜਿੰਨਾ ਵੀ ਸਮਾਨ ਆ ਉਹ ਸਾਰਾ ਟੈਕਸ ਲੱਗ ਕੇ ਆਇਆ, ਜਿਹੜਾ ਉਹਨਾਂ ਟੈਕਸਾਂ ਤੋਂ ਖਰੀਦਣਗੇ। ਤੇ ਜਿਹੜੇ ਜਿੰਨੇ ਵੀ ਮੁਲਾਜ਼ਮ ਆ, ਚਾਹੇ ਆ ਲਟੇਰੇ ਬੈਠੇ ਆ ਕੁਰਸੀਆਂ ਤੇ ਸਾਡੇ MLA MP, ਉਹਨਾਂ ਨੂੰ ਵੀ ਜਿਹੜੀਆਂ ਤਨਖਾਹਾਂ ਜਿਹੜੀਆਂ ਇੱਥੋਂ ਹੀ ਜਾਂਦੀਆਂ ਟੈਕਸਾਂ ਤੋਂ, ਹੋਰ ਉੱਤੋਂ ਕੋਈ ਨਹੀਂ ਇਹਨਾਂ ਦਾ ਆਉਂਦਾ। ਇਹ ਲੋਕਾਂ ਦੀ ਲੁੱਟ ਵਾ। ਇਸ ਕਰਕੇ ਅਸੀਂ ਕਿਸਾਨ ਮਜ਼ਦੂਰ ਦੀ ਹਰੇਕ ਦੀ ਜਿਹੜੀ ਸਾਡੇ ਗੁਰੂਆਂ ਨੇ ਆਖਿਆ ਸਰਬੱਤ ਦੇ ਭਲੇ ਜਿਹੜੀ ਅਰਦਾਸ ਕਰਕੇ ਉੱਠਦੇ ਨਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਲੇ ਸਰਬੱਤ ਦਾ ਭਲਾ। ਇਸ ਕਰਕੇ ਸਰਬੱਤ ਦੇ ਭਲੇ ਵਾਸਤੇ ਸਾਰਿਆਂ ਦੇ ਲੜਨੇ। ਸਾਡੀ ਇਹ ਚ ਇਕੱਲਿਆਂ ਦੀ ਕੋਈ ਮੰਗ ਨਹੀਂ, ਸਾਰੀ ਦੁਨੀਆ ਦੀ ਮੰਗ ਆ। ਇਸ ਕਰਕੇ ਸਾਰੇ ਦੁਨੀਆ ਦੀ ਹੀ ਲੜਦਾ, ਜੋ ਕਿਸਾਨ ਮਜ਼ਦੂਰ ਦੁਕਾਨਦਾਰ ਮੁਲਾਜ਼ਮ ਵਿਦਿਆਰਥੀ ਹਰੇਕ ਵਰਗ ਦਾ ਹੀ। ਨਹੀਂ ਤੇ ਕੋਈ ਵੀ ਜੇ ਨਾ ਲੜਾਈ ਲੜਨ, ਕੋਈ ਵੀ ਅੱਜ ਤਾਂ ਤੁਸੀਂ ਆ ਸਾਡੀਆਂ ਬੈਠਾਂ ਕਰਦੀਆਂ, ਤੁਹਾਡੇ ਤੋਂ ਇਹ ਵੀ ਕਿੱਤਾ ਖੋਲਣਾ, ਸਾਡੇ ਗੁਰਦੁਆਰੇ ਖੁੱਸ ਜਾਣੇ। ਕਿਸਾਨ ਮਜ਼ਦੂਰ ਨਾ ਜਾਇਦਾਦ ਨਾ ਰਹੀ, ਜ਼ਮੀਨ ਨਾ ਰਹੀ, ਤੇ ਅਸੀਂ ਗੁਰਦੁਆਰੇ ਕਦੋਂ ਚੱਲ ਜਾਾਂਗੇ? ਇੱਥੇ ਦਿਹਾੜੀ ਵੇਖਾਂਗੇ ਸਾਨੂੰ ਕਿੱਥੋਂ ਮਿਲਣੀ ਆ। ਅਸੀਂ ਤੇ ਉਧਰ ਨੂੰ ਡੱਬੇ ਲੈ ਕੇ ਭੱਜਾਂਗੇ, ਗੁਰਦੁਆਰੇ ਵੀ ਖੁੱਸ ਜਾਣੇ। ਸਾਡਾ ਤੇ ਆ ਵੀ ਖੁੱਸ ਸਾਰਾ ਕੁਝ ਜਿਹੜਾ ਉਹ ਸਰਕਾਰ ਖੋਹਣ ਤੇ ਲੱਗੀ ਆ। ਮੇਰੇ ਤੋਂ ਪਹਿਲਾਂ ਦੱਸ ਦਿੱਤਾ ਜਾਣੀਆ ਸਾਹਿਬ ਨੇ ਕਿ ਕਿਸਾਨ ਮਜ਼ਦੂਰ ਮੋਰਚੇ ਦੀ ਇਹ ਮੁੱਖ ਮੰਗਾਂ 'ਚ ਸ਼ਾਮਲ ਸੀ ਕਿ ਮਜ਼ਦੂਰ ਦੀ ਦਿਹਾੜੀ ਪ੍ਰਤੀ ਦਿਨ 700 ਕੀਤੀ ਜਾਵੇ ਤੇ 200 ਦਿਨ ਨੂੰ ਰੁਜ਼ਗਾਰ। ਤੇ ਜਿਹੜੀ ਅਸੀਂ ਫਸਲਾਂ ਦੀ MSP ਮੰਗਦੇ ਆ, ਜਦੋਂ ਕਿਸਾਨ ਨੂੰ ਫਸਲਾਂ ਦਾ ਸਮਰਥਨ ਮੁੱਲ ਪੂਰਾ ਮਿਲ ਜਾਏਗਾ ਤੇ ਉਹਦਾ ਲੇਬਰ ਰੇਟ ਆਟੋਮੈਟਿਕਲੀ ਡਬਲ ਹੋ ਜਾਏਗਾ। ਪਿੰਡਾਂ ਦੇ ਵਿੱਚ ਜਿਹੜੀ ਲੇਬਰ ਮਜ਼ਦੂਰੀ ਕਰਦੀ ਹੈ ਉਹਦੀ ਦਿਹਾੜੀ ਵੀ ਡਬਲ ਹੋ ਜਾਣੀ ਹੈ, ਤੇ ਜਿਹੜੀ ਉਹ ਫਸਲ ਦੀ ਕਟਾਈ ਬਜਾਈ ਲੁਆਈ ਉਹਦੀ ਲੇਬਰ ਦਾ ਉਹਨਾਂ ਫਾਇਦਾ ਹੋਏਗਾ। MSP ਨੇ ਇਕੱਲਾ ਕਿਸਾਨ ਨੂੰ ਫਾਇਦਾ ਨਹੀਂ ਪਹੁੰਚਾਉਣਾ। ਸਰਕਾਰ ਚੈਨਲਾਂ ਦੇ ਉੱਤੇ ਆਪਣੇ ਬੰਦਿਆਂ ਤੋਂ ਝੂਠ ਬੁਲਾ ਰਹੀ ਹੈ, ਉਹਦੇ ਨਾਲ ਇਕੱਲੇ ਕਿਸਾਨ ਦਾ ਫਾਇਦਾ ਨਹੀਂ ਹੋਏਗਾ, ਮਜ਼ਦੂਰ ਦਾ ਹੋਏਗਾ, ਵਪਾਰੀ ਦਾ ਹੋਏਗਾ, ਦੁਕਾਨਦਾਰ ਦਾ ਹੋਏਗਾ, ਉਦਯੋਗਾਂ ਦਾ ਵੀ ਫਾਇਦਾ ਹੋਏਗਾ। ਜੇ ਖੇਤੀ ਡਿਵੈਲਪ ਹੋ ਜਾਏਗੀ ਤਾਂ ਜਿੰਨਾ ਪੰਜਾਬ ਦੇ ਵਿੱਚ ਖੇਤੀ ਇੰਡਸਟਰੀ ਹੈ ਉਹ ਵੀ ਡਿਵੈਲਪ ਹੋਏਗੀ। ਤੇ ਸਾਡੀ ਸਮਾਜ ਨੂੰ ਅਪੀਲ ਹੈ ਕਿਸਾਨ ਮਜ਼ਦੂਰ ਮੋਰਚੇ ਦੀ ਕਿ ਵੇਲਾ ਆ, ਸਮੇਂ ਸਿਰ ਆਪਾਂ ਸਾਰੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਨੂੰ ਅਪੀਲ ਹੈ, ਵਪਾਰੀਆਂ ਨੂੰ, ਅਧਿਆਪਕਾਂ ਨੂੰ, ਮੁਲਾਜ਼ਮ ਵਰਗ ਨੂੰ, ਕਿ ਆਪਾਂ ਧਰਮਾਂ ਦੀ ਰਾਜਨੀਤੀ ਛੱਡ ਕੇ, ਜਾਤਾਂ ਪਾਤਾਂ ਦੀ ਰਾਜਨੀਤੀ ਛੱਡ ਕੇ, ਤੇ ਗੁਰੂ ਸਾਹਿਬ ਦਾ ਜਿਵੇਂ ਸੰਦੇਸ਼ ਹੈ ਸਭੇ ਸਾਂਝੀ ਵਾਲ ਸਤਾਇਨ ਕੋਈ ਨਾ ਦਿਸੇ ਬਾਹਰਾ ਜੀਓ, ਇਹ ਸਾਰੇ ਸਮਾਜ ਦੀ ਸਾਂਝੀ ਲੜਾਈ ਹੈ। ਚਾਹੇ ਵਿਦਿਆਰਥੀਆਂ ਦੀਆਂ ਮੰਗਾਂ, ਜੇ ਯੂਨੀਵਰਸਿਟੀ ਦਾ ਮੈਟਰ ਆਇਆ ਤੇ ਕਿਸਾਨ ਮਜ਼ਦੂਰ ਮੋਰਚਾ 1500 ਕਿਸਾਨਾਂ ਦਾ ਜਥਾ ਲੈ ਕੇ ਵਧੇਰ ਸਾਹਿਬ ਤੇ ਰਾਏ ਸਾਹਿਬ ਦੀ ਹੋਰ ਸਾਰੇ ਆਗੂਆਂ ਦੀ ਅਗਵਾਈ ਦੇ ਵਿੱਚ ਆਪਾਂ ਹਿੱਕ ਡਾ ਕੇ ਲੜਾਈ ਲੜੀ ਹੈ। ਜੇ ਬਾਕੀ ਸਾਰੀਆਂ ਜਥੇਬੰਦੀਆਂ ਨੇ ਵੀ ਉਹ 'ਚ ਸਹਿਯੋਗ ਪਾਇਆ, ਤੇ ਆਸ ਕਰਦੇ ਹਾਂ ਕਿ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਅਪੀਲ ਹੈ ਕਿ ਛੋਟੇ ਛੋਟੇ ਮਤਭੇਦ ਛੱਡ ਕੇ ਆਪਸੀ ਵੱਡੀ ਏਕਤਾ ਵੱਲ ਵਧੀਏ। ਇਹ ਪੰਜਾਬ ਦਾ ਇਤਿਹਾਸ ਹੈ, ਜਦੋਂ ਵੱਡੀ ਵਿਪਤਾ ਆਉਂਦੀ ਹੈ, ਕੋਈ ਵੱਡੀ ਬੰਗਾਰ ਆਉਂਦੀ ਹੈ, ਤੇ ਇਹ ਸਾਡਾ ਪਿਛੋਕੜ ਦੱਸਦਾ ਕਿ ਛੋਟੇ ਛੋਟੇ ਮਸਲਿਆਂ ਨੂੰ ਪਾਸੇ ਛੱਡ ਕੇ, ਮਤਭੇਦਾਂ ਨੂੰ ਪਾਸੇ ਛੱਡ ਕੇ, ਤੇ ਆਪਾਂ ਆਪਸੀ ਏਕਤਾ ਦੇ ਨਾਲ ਸਰਕਾਰ ਦੀ ਇਸ ਨੀਤੀ ਦਾ ਮੂੰਹ ਤੋੜ ਜਵਾਬ ਦੇਣ ਲਈ ਆਉਣ ਵਾਲੇ ਦਿਨਾਂ ਦੇ ਵਿੱਚ ਇਕੱਠੇ ਹੋਈਏ। ਉਮੀਦ ਵੀ ਹੈ, ਯਤਨ ਵੀ ਚੱਲ ਰਹੇ ਆ, ਤੇ ਸਾਨੂੰ ਇਹ ਪ੍ਰਮਾਤਮਾ ਤੇ ਉਮੀਦ ਵੀ ਹੈ ਪ੍ਰਮਾਤਮਾ ਕਿਰਪਾ ਕਰੇਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਦੀਆਂ ਇਹਨਾਂ ਨੀਤੀਆਂ ਦਾ ਮੁਕਾਬਲਾ ਕਰਨ ਲਈ ਸਾਰੀਆਂ ਕਿਸਾਨ ਜਥੇਬੰਦੀਆਂ ਇੱਕ ਪਲੇਟਫਾਰਮ ਤੇ ਤੁਹਾਨੂੰ ਨਜ਼ਰ ਵੀ ਪੈਣਗੀਆਂ। ਜੀ ਆਖਰੀ ਹਰਫ ਲੈ ਲੈਂਦੇ ਆ। ਤੁਸੀਂ ਇਹ ਸਾਰੇ ਦੇ ਵਿੱਚ ਜਿੱਦਾਂ ਮੈਂ ਪਹਿਲਾਂ ਗੱਲ ਕੀਤੀ ਹੈ, ਪੰਜਾਬ ਸਰਕਾਰ ਦੀ ਭੂਮਿਕਾ ਕਿੱਥੇ ਕਿ ਦੇਖਦੇ ਹੋ ਜੇ ਉਹਨਾਂ ਨੂੰ ਨਾਪਣਾ ਹੋਵੇ? ਜ਼ੀਰੋ ਆ। ਉਹਨਾਂ ਕਿਹਾ ਸੀ ਵੀ ਜਿਹੜਾ ਗੈਂਗਸਟਰਵਾਦ ਆ ਖਤਮ ਕਰਾਂਗੇ, ਨਸ਼ਾ ਖਤਮ ਕਰਾਂਗੇ, ਗੁਰੂ ਸਾਹਿਬ ਦੀ ਬੇਅਦਬੀ ਉਹਦੇ ਉੱਤੇ ਕਾਨੂੰਨ ਬਣੂਗਾ। ਕਿੱਥੇ ਆ ਉਹਨਾਂ ਦਾ ਜੋ ਕਾਨੂੰਨ ਦਾ ਜਿਹੜਾ ਟਾਈਮ ਲੈਣ ਨੂੰ ਵੀ ਮੰਗਦਾ, ਉਹਨੂੰ ਉਹਨਾਂ ਨੇ ਵਰਤਿਆ ਬੰਦੇ ਨੂੰ, ਉਹਨੇ ਸਾਰੀ ਸੈੱਟ ਬਣਾਈ, ਕੁਮਰ ਵਿਜੈ ਪ੍ਰਤਾਪ ਸਾਰਾ ਕੁਝ ਕਰ ਗਿਆ। ਜਦੋਂ ਉਹਨੇ ਸਾਰਾ ਕੁਝ ਲਿਆ ਕੇ ਮੂਹਰੇ ਰੱਖ ਦਿੱਤਾ, ਚੁੱਪ। ਉਸ ਤੋਂ ਬਾਅਦ ਕੁਝ ਹੋਇਆ ਨਹੀਂ ਹੋਇਆ। ਉਲਟਾ ਜੇ ਕੋਈ ਸਾਡੇ ਇਸ ਪੰਜਾਬ ਸਟੇਟ ਦਾ ਬੰਦਾ ਕੋਈ ਇਦਾਂ ਦਾ ਹੈ ਜਿਹਨੇ ਪੰਜਾਬ ਦਾ ਕੁਝ ਵਿਗਾੜਿਆ, ਬਿਸ਼ਨੋਈ ਦੀ ਗੱਲ ਕਰ ਲਓ, ਸਿਕਿਉਰਿਟੀ ਕਿਦਾਂ ਦੀ ਆ ਉਹਦੇ ਕੋਲ? ਭਗਵੰਤ ਮਾਨ ਦੇ ਬਰੋਬਰ ਦੀ ਸਿਕਿਉਰਿਟੀ ਉਹਦੇ ਕੋਲ। ਉਹਦਾ ਭਾਈ ਵੀ ਆ ਗਿਆ, ਉਹਨੂੰ ਵੀ ਸਟੇ ਲਾਤੀ ਵੀ ਜਿਹਨੇ ਪੁੱਛ ਗਿੱਛ ਕਰਨੀ ਜੇਲ੍ਹ ਆ ਜਾਓ, ਇਹਨੂੰ ਨਹੀਂ ਕਿਤੇ ਲੈ ਜਾਣਾ, ਇਹਨੂੰ ਨਹੀਂ ਕਿਤੇ ਲੈ ਜਾਣਾ। ਤਾਂ ਉਹ ਬੰਦੇ ਕਰ ਕੀ ਰਹੇ ਆ? ਸੰਦੀਪ ਨੰਗਲੰਬੀਆਂ ਕਿੱਥੇ ਗਿਆ? ਸਿੱਧੂ ਮੂਸੇਵਾਲਾ ਕਿੱਥੇ ਗਿਆ? ਉਹਦੇ ਗੱਭੇ 3 ਮੁੰਡੇ ਹੋਰ ਜਿਹੜੇ ਉਹ ਕਬੱਡੀ ਖਿਡਾਰੀ, ਉਹ ਵੀ ਗੋਲੀ ਨਾ ਮਾਰੇ। ਹੁਣ ਮੁੰਡਾ ਰਾਣਾ ਬੜਾ ਚੌਰੀਆ, ਉਹ ਮੁੱਦਾ ਕਿਵੇਂ ਘੁਮਾ ਰਹੇ ਨੇ?
ਇਹ ਦੇਖੋ ਜੀ, ਇਹਨਾਂ ਨੇ ਸਿੱਧੂ ਮੂਸੇਵਾਲੇ ਦੀ ਮੌਤ ਦਾ ਬਦਲਾ ਲਿਆ, ਉਹਨੀ ਜੀ ਉਹ ਬਸ਼ਨੋਈ ਦੇ ਗਰੁੱਪ ਨੇ ਕੰਮ ਕਰ ਇੱਕ ਦੂਜੇ ਦੀ ਗੇਮ ਘੁਮਾ ਕੇ ਭਗਵੰਤ ਮਾਨ ਨੂੰ ਨਹੀਂ ਸਾਫ਼ ਨਿਕਲਣੇ ਵੀ ਸਾਡਾ ਇਹਦੇ 'ਚ ਕਹਿ ਰਿਹਾ ਇਹ ਕੰਡੇ ਕਾਂਗਰਸ ਤੇ ਅਕਾਲੀਆਂ ਦੇ ਖਿਲਾਰੇ ਨੇ ਵੀ ਤੂੰ 3 ਸਾਲਾਂ ਦਾ ਕੀ ਕਰੀ ਜਾਂਦਾ ਤੇ ਤੂੰ ਕੰਡੇ ਨਹੀਂ ਚੁਗ ਹੋਏ, ਚੌਥਾ ਸਾਲ ਚੜ ਪਿਆ, ਤੈਨੂੰ ਕੰਡੇ ਚੁਗਣ ਨੂੰ ਬਣਾਇਆ ਸੀ, ਹੋਰ ਤੈਨੂੰ ਆਹ ਇਹਨਾਂ ਉੱਤੇ ਮਿਹਣੋ ਤਾਨੀ ਦੇ। ਇਹ ਤਾਂ ਉਹ ਕੰਮ ਕਰਦਾ ਜਿਵੇਂ ਉਹ ਵਿਆਹ ਵਿੱਚ ਬੁੜੀਆਂ ਇਕੱਠੀਆਂ ਹੁੰਦੀਆਂ ਇੱਕ ਦੂਜੇ ਨੂੰ, ਇੱਕ ਪਾਸੇ ਨਾਨਕਾ ਮੇਲ ਖੜਾ ਇੱਕ ਪਾਸੇ ਦਾਦਕਾ ਮੇਲ, ਉਹ ਕੁੱਤਖਾਨਾ ਸਿੱਠਣੀਆਂ ਵਾਲਾ, ਉਹ ਤਾਂ ਇਹ ਕੰਮ ਕਰਦਾ। ਇਹਨੂੰ ਸਗੋਂ ਚਾਹੀਦਾ ਸੀ ਮੁੱਖ ਮੰਤਰੀ ਬਣਨ ਦੀ ਬਜਾਏ ਨਾ ਭੰਗੜਾ ਗਰੁੱਪ ਬਣਾ ਲੈਂਦਾ, ਵਧੀਆ ਚੱਲਣਾ ਸੀ, ਲੋਕਾਂ ਤੋਂ ਘੱਟੋ ਘੱਟ ਗਾਲਾਂ ਤਾਂ ਨਾ ਖਾਂਦਾ। ਜਿਹੜੇ ਕੰਮ ਲਈ ਉਹਨੂੰ ਚੁਣਿਆ ਉਹ ਕੰਮ ਛੱਡ ਕੇ ਆ ਡਰਾਮੇਬਾਜ਼ੀ, ਬਾਹਰ ਸੰਸਥਾਨ ਲਾਉਣੀਆਂ, ਜੇ ਕਰਨਾ ਉਹ ਕਰਨਾ, ਉਹ ਵੀ ਇਹਦੇ ਕੋਲ ਨਹੀਂ ਸੀ ਤਰੀਕਾ, ਉਹ ਵੀ ਇਹਨੇ ਕਿਸਾਨਾਂ ਤੋਂ ਲਿਆ। ਉਹ ਜਦੋਂ ਆਪਾਂ ਇਹਨਾਂ ਦੀ ਵਿਰੋਧਤਾ ਕੀਤੀ ਆ ਦਿੱਲੀ ਚੱਲਦੇ ਧਰਨੇ 'ਚ ਬਾਹਰ ਸੰਸਦ ਲਾ ਕੇ, ਉਹ ਸਾਡਾ ਹੀ ਪੈਟਰਨ ਚੋਰੀ ਕੀਤਾ। ਇਹਨਾਂ ਤੋਂ ਕੋਈ ਪੱਲੇ ਤਾਂ ਹੈ ਹੀ ਕੱਖ ਨਹੀਂ, ਨਾ ਇਹਨਾਂ ਕੋਲ ਆਪੋਜੀਸ਼ਨ ਹੈ, ਆਪੋਜੀਸ਼ਨ ਵੀ ਕਿਸਾਨਾਂ ਦੀ ਕੰਮ ਕਰਦੀ ਆ। ਆਹ ਮੁੱਦਾ ਹੁਣ ਜਿਹੜਾ ਆਪੋਜੀਸ਼ਨ ਨੇ ਚੱਕਣਾ ਸੀ ਉਹ ਕਿਸਾਨ ਚੱਕ ਰਹੇ ਨੇ। ਮਤਲਬ ਹਰੇਕ ਪਲੇਟਫਾਰਮ ਦੇ ਉੱਤੇ ਹਰੇਕ ਪਾਰਟੀ ਫੇਲ ਆ। ਵੋਟਾਂ ਤਾਂ ਇਹਨਾਂ ਦੀ ਇੱਕ ਗੇਮ ਆ, ਕੋਈ ਕਹਿੰਦਾ ਮੈਂ ਬਿੱਲ ਮਾਫ ਕਰ ਦੂੰ, ਕੋਈ ਕਹਿੰਦਾ ਮੈਂ ਕਿਰਾਇਆ ਮਾਫ ਕਰ ਦੂੰ, ਕੋਈ ਕਹਿੰਦਾ ਮੈਂ 2000 ਦਊਂਗਾ, ਕੋਈ ਕਹਿੰਦਾ ਮੈਂ ਤੁਹਾਨੂੰ ਆਟਾ ਦਾਲ ਸਕੀਮ ਪੱਕੀ ਕਰ ਦੇਣਾ। ਬਸ ਇਹਨਾਂ 'ਚ ਜਿਹੜਾ ਛੋਟਾ ਤਬਕਾ ਥੱਲੇ ਵਾਲਾ ਸਾਡਾ ਉਲਝਿਆ, ਜਿਹੜੇ ਮਾੜੇ ਮੋਟੀ ਸੋਚ ਰੱਖਦੇ ਨੇ ਉਹ ਲੜ ਰਹੇ ਨੇ, ਉਹ ਉਹੀ ਨੇ ਜਿਹੜੇ ਕਿਸਾਨ ਜਥੇਬੰਦੀਆਂ 'ਚ ਜਾਂ ਕੁਝ ਕੁ ਸੰਘਰਸ਼ ਕਮੇਟੀਆਂ ਨੇ। ਬਸ ਇਹ ਤੋਂ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ, ਸਾਨੀ ਸਾਹਿਬ ਧੰਨਵਾਦ। ਸੋ ਇਸ ਤਰ੍ਹਾਂ ਸਾਡੇ ਨਾਲ ਕੁਝ ਕਿਸਾਨ ਆਗੂ ਜਿਨ੍ਹਾਂ ਨੇ ਚਾਨਣਾ ਪਾਇਆ ਕਿ ਕਿਵੇਂ ਇਹ ਸਾਰੀ ਲੜਾਈ ਲੜ ਰਹੇ ਨੇ, ਕੀ ਗੱਲਬਾਤ ਹੈ ਤੇ ਤੁਸੀਂ ਇਸ ਬਾਰੇ ਕੀ ਸੋਚਦੇ ਹੋ। ਆਪਣੇ ਵਿਚਾਰ ਰਾਏ ਟਿੱਪਣੀਆਂ ਜ਼ਰੂਰ ਦਿਓ। ਜੁੜੇ ਰਹੋ ਪੰਜਾਬੀ ਰੇਡੀਓ ਪੰਜਾਬੀ ਟੀਵੀ USA ਦੇ ਨਾਲ। ਧੰਨਵਾਦ, ਸਤਿ ਸ਼੍ਰੀ ਅਕਾਲ।